ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਸਤਿਗੁਰ ਸ਼ਬਦ ਸਹਾਇ ਲੈ, ਨਾਮ ਜਪਨ ਹਥਿਆਰ। ਮਨ ਰਿਪਜਿਤ ਮਨੁਜ ਜੇ, ਦੁਇ ਲੋਕਨ ਸੁਖ ਸਾਰ। ਸਤਿਗੁਰ ਸ਼ਬਦ ਸਹਾਇ ਲੈ, ਨਾਮ ਜਪਨ ਹਥਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ, ਸਾਧ ਸੰਗਤ ਮਾਈ ਭਾਈ ਜੀ, ਧੰਨ ਹਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਵਿੱਚ ਪੱਤ ਢੱਕਣ ਵਾਲੇ ਸੱਚੇ ਪਾਤਸ਼ਾਹ, ਐਸੇ ਗਰੀਬ ਨਵਾਜ ਜਿਨ੍ਹਾਂ ਦੀਆਂ ਰਹਿਮਤਾਂ ਦਾ, ਬਖਸ਼ਾਂ ਦਾ, ਪਰਉਪਕਾਰਾਂ ਦਾ ਅੰਤ ਹੀ ਨਹੀਂ ਪਾਇਆ ਜਾਂਦਾ, ਬੇਅੰਤ ਤੋਂ ਬੇਅੰਤ ਹੈ। ਸਤਿਗੁਰੂ ਕਿਰਪਾ ਕਰ ਰਹੇ ਹੈ। ਇਹ ਵੀ ਸਾਡੇ ਉੱਤੇ ਇੱਕ ਵੱਡਾ ਪਰਉਪਕਾਰ ਸਤਿਗੁਰਾਂ ਦਾ ਹੋ ਰਿਹਾ ਹੈ, ਜਿਸ ਦਾ ਸਦਕਾ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦਇਆ ਕਰਦੇ ਹਨ, ਮਿਹਰ ਕਰਦੇ ਹੈ, ਤਾਂ ਆਪਣੇ ਪਿਆਰਿਆਂ ਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਥਾਂ ਬਖਸ਼ਦੇ ਹੈ। ਸਤਿਗੁਰੂ ਦੀਨ ਦਿਆਲ ਹਨ, ਗਰੀਬਾਂ, ਅਨਾਥਾਂ, ਨਿਮਾਣਿਆਂ 'ਤੇ ਦਇਆ ਕਰਦੇ ਹੈ। ਆਪਣੇ ਜਾਣ ਕੇ ਤਾਂ ਸਤਿਗੁਰਾਂ ਦੇ ਚਰਨ ਪਰਸੇ ਜਾਂਦੇ ਹੈ, ਦਰਸ਼ਨ ਪ੍ਰਾਪਤ ਹੁੰਦੇ ਹੈ। ਸੋ ਆਪ ਸਾਰੀਆਂ ਸੰਗਤਾਂ ਵਡਭਾਗੇ ਹੋ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸ ਰਹੇ ਹੋ, ਸੋਹਣੇ ਦਰਸ਼ਨ ਕਰ ਰਹੇ ਹੋ। ਨਿਤਨੇਮ ਦੇ ਅਨੁਸਾਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹਨ। ਉਪਰੰਤ ਜੋ ਪਿਛਲੇ ਪਹਿਰ ਦੇ ਦੀਵਾਨ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ ਅਤੇ ਇਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲ ਤਾਰਨ ਗੁਰੂ ਨਾਨਕ ਆਇਆ। ਕਲ ਯੁਗੀ ਜੀਵਾਂ ਨੂੰ ਹੀ ਨਹੀਂ, ਸਾਰੇ ਕਲਯੁਗ ਦਾ ਹੀ ਉਧਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਿਆ ਹੈ। ਐਸੇ ਗਰੀਬ ਨਵਾਜ ਜਿਨ੍ਹਾਂ ਨੇ ਜੋ ਵੀ ਵਚਨ ਕੀਤੇ ਸਾਰੀ ਮਨੁੱਖਤਾ ਵਾਸਤੇ, ਸਾਰੀ ਸ੍ਰਿਸ਼ਟੀ ਦੇ ਭਲੇ ਵਾਸਤੇ ਕੀਤੇ ਹੈ। ਕੋਈ ਵਿਸ਼ੇਸ਼ ਕਰਕੇ ਵਿਸ਼ੇਸ਼ ਵਿਅਕਤੀ ਨੂੰ ਨਹੀਂ ਤਾਰਿਆ, ਸਮੁੱਚੀ ਮਾਨੁਖਤਾ ਨੂੰ ਤਾਰਿਆ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ। ਐਸੇ ਗਰੀਬ ਨਵਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸੰਗਤ ਜੀ ਚੱਲ ਰਹੀ ਹੈ। ਕੱਲ੍ਹ ਆਪ ਸੰਗਤਾਂ ਨੇ ਸਰਵਣ ਕੀਤਾ ਸੀਗਾ ਸ਼ਮਸ਼ ਤਬਰੇਜ਼ ਦੀ ਸਾਰੀ ਕਹਾਣੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਬਾਬੇ ਬਾਲੇ ਜੀ ਨੂੰ ਸੁਣਾਈ ਸੀ, ਕਿਉਂਕਿ ਸਤਿਗੁਰੂ ਗਰੀਬ ਨਵਾਜ ਜਦ ਮੁਲਤਾਨ ਸ਼ਹਿਰ ਗਏ ਹੈ ਅਤੇ ਸ਼ਮਸ਼ ਤਬਰੇਜ਼ ਦੇ ਮਕਬਰੇ 'ਤੇ ਆਸਣ ਲਾਇਆ ਸੀ ਗਰੀਬ ਨਵਾਜ ਜੀ ਨੇ। ਬਾਬੇ ਬਾਲੇ ਦੇ ਪੁੱਛਣ 'ਤੇ ਵੀ ਮਹਾਰਾਜ ਇਹ ਸਾਰਾ ਸ਼ਹਿਰ ਹੀ ਪੀਰਾਂ ਦਾ ਹੈ, ਇਹਨਾਂ ਵਿੱਚੋਂ ਸ਼੍ਰੋਮਣੀ ਪੀਰ ਕਿਹੜਾ ਹੈ? ਮਹਾਰਾਜ ਕਹਿਣ ਲੱਗੇ ਸ਼ਮਸ਼ ਤਬਰੇਜ਼। ਇਹਨੇ ਸਿਮਰਨ ਕਰਕੇ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੋ, ਉਹ ਬੰਦਗੀ ਕਰ ਕਰਕੇ ਖੁਦਾਬੰਦ ਦੀ ਅਤੇ ਖੁਦਾ ਦਾ ਹੀ ਰੂਪ ਹੋ ਗਿਆ ਸੀ ਅਤੇ ਲੋਕਾਂ ਵਿੱਚ ਇਹ ਕਹਿਣਾ ਸ਼ੁਰੂ ਕਰਤਾ ਮੈਂ ਰੱਬ ਹਾਂ, ਜੋ ਪਰਮੇਸ਼ਵਰ ਹੈ ਉਹ ਮੈਂ ਹਾਂ। ਅਤੇ ਮੌਲਵੀ ਨੇ ਫਤਵਾ ਦੇ ਕੇ ਸੂਲੀ 'ਤੇ ਚੜ੍ਹਾਤਾ,
ਜੇ ਸੂਲੀ ਚੁਭਣ ਦੇ ਨਾਲ, ਪਾੜਨ ਦੇ ਸਰੀਰ ਨਾਲ ਲਹੂ ਧਰਤੀ ਤੇ ਡੁੱਲਿਆ ਤੇ ਉਹ ਵੀ ਸਾਰਾ ਹੀ ਐਨਲ ਹੱਕ ਸਾਰੀ ਧਰਤੀ ਤੇ ਲਹੂ ਨਾਲ ਲਿਖਿਆ ਗਿਆ। ਜੇ ਇਸ ਦਾ ਸੰਸਕਾਰ ਕੀਤਾ ਗਿਆ, ਸਵਾਹ ਜਿਹੜੀ ਸੀ ਸਾਰੀ ਸਵਾਹ ਵੀ ਐਨਲ ਹੱਕ, ਉਹਦੇ ਵਿੱਚੋਂ ਸਵਾਹ ਦੇ ਵਿੱਚੋਂ ਆਵਾਜ਼ਾਂ ਵੀ ਐਨਲ ਹੱਕ ਦਾ ਆਉਂਦਾ ਰਿਹਾ। ਇਤਿਹਾਸਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਸਾਰਾ ਪ੍ਰਸੰਗ ਜਿਹੜਾ ਉਹ ਸੁਣਾਇਆ ਸੀਗਾ ਤੇ ਨਾਲ ਅਧਿਆਏ 37ਵਾਂ ਕੱਲ੍ਹ ਖਤਮ ਹੋ ਗਿਆ ਸੀਗਾ। ਅੱਜ 38ਵਾਂ ਅਧਿਆਏ ਜੋ ਹੈ ਸੰਗਤ ਜੀ ਉਹ ਅੱਗੇ ਆਰੰਭ ਹੋ ਰਿਹਾ ਹੈ। ਜੋ ਕਾਵਿ ਦੀ ਮਰਜ਼ਾਦਾ ਹੈ, ਕਥਾ ਦੀ ਮਰਜ਼ਾਦਾ ਹੈ, ਉਸ ਦੇ ਮੁਤਾਬਕ ਇਹ ਗ੍ਰੰਥ ਨਾਨਕ ਪ੍ਰਕਾਸ਼ ਜੋ 1880 ਦੇ ਵਿੱਚ ਬੂੜੀਏ ਰਿਆਸਤ ਵਿੱਚ ਬੈਠ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸੰਪੂਰਨ ਕੀਤਾ ਸੀਗਾ ਤੇ ਇਹਦੇ ਕਰਤਾ ਕਾਵਿ ਰਚਨਾ ਦਾ ਰੂਪ ਉਹਨਾਂ ਨੇ ਦਿੱਤਾ ਹੈ। ਪੁਰਾਤਨ ਜੋ ਬਾਬੇ ਬਾਲੇ ਸਾਹਿਬ ਵਾਲੀ ਜਨਮ ਸਾਖੀ ਹੈ ਉਸ ਦੀ ਸੁਧਾਈ ਕਰਕੇ ਹੋ ਸਕਦਾ ਕਿਤੇ ਉਹਨਾਂ ਪਾਸੋਂ ਚੂਕ ਵੀ ਰਹਿ ਗਈ ਹੋਵੇਗੀ। ਜਿਹਨੇ ਰੋਟੀ ਪਕਾਉਣੀ ਨਹੀਂ ਉਹ ਤੋਂ ਸੜਨੀ ਕਿਵੇਂ ਹੈ, ਜਿਹਨੇ ਲੰਗਰ ਪਕਾਉਣਾ, ਪ੍ਰਸ਼ਾਦੇ ਬਣਾਉਣੇ ਹੈ, ਕੋਈ ਨਾ ਕੋਈ ਕਿਤੇ ਸੇਕ ਲੱਗ ਹੀ ਜਾਂਦਾ ਹੈ, ਹੋ ਜਾਂਦੀ ਹੈ ਭੁੱਲ ਚੁੱਕ। ਪਰ ਬਹੁਤ ਵੱਡਾ ਪਰਉਪਕਾਰ ਹੈ ਸਿੱਖ ਕੌਮ ਦੇ ਉੱਤੇ ਇਹ ਮਹਾਕਵੀ ਭਾਈ ਸੰਤੋਖ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਕਾਵਿ ਰਚਨਾ ਪਹਿਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ 1880 ਬਿਕਰਮੀ ਦੇ ਵਿੱਚ, ਉਪਰੰਤ 2000 ਦੇ ਵਿੱਚ 1980 ਤੇ 20 ਸਾਲ ਦੇ ਸਮੇਂ ਤੋਂ ਬਾਅਦ 2000 ਦੇ ਵਿੱਚ ਫਿਰ ਸੂਰਜ ਪ੍ਰਕਾਸ਼ ਸਾਰਾ ਬਾਕੀ 9 ਸਤਿਗੁਰਾਂ ਸਾਹਿਬਾਂ ਜੀ ਦੀ ਕਥਾ ਜਿਹੜੀ ਹੈ ਉਹ ਸੰਪੂਰਨ ਕੀਤੀ। ਸੋ 37ਵਾਂ ਅਧਿਆਇ ਕੱਲ੍ਹ ਇੱਥੇ ਸਮਾਪਤ ਹੋਇਆ ਸੀ। ਸ਼ਮਸ਼ ਤਬਰੇਜ਼ ਦੀ ਸਾਖੀ ਮਹਾਰਾਜ ਨੇ ਸੁਣਾਈ ਸੀਗੀ। ਇਸ ਤੋਂ ਅੱਗੇ ਕਥਾ ਆਰੰਭ ਹੋ ਰਹੀ ਹੈ ਤੇ ਜੋ ਪਰੰਪਰਾ ਹੈ ਉਸ ਦੇ ਮੁਤਾਬਕ ਪਹਿਲੇ ਮੰਗਲ ਕਰਕੇ ਸਤਿਗੁਰਾਂ ਦਾ, ਫਿਰ ਅੱਗੇ ਕਥਾ ਆਰੰਭ ਹੋਵੇਗੀ। ਸਰਦਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਸਤਿਗੁਰ ਸ਼ਬਦ ਸਹਾਇ ਲੈ, ਨਾਮ ਜਪਨ ਹਥਿਆਰ। ਸੋ ਭਾਈ ਸਾਹਿਬ ਕਥਨ ਕਰਦੇ ਮਨਾ ਗੁਰ ਸ਼ਬਦ ਦੀ ਸਹਾਇਤਾ ਲੈ, ਕਿਉਂਕਿ ਸਹਾਇਤਾ ਤੋਂ ਬਿਨਾਂ ਜੀਵ ਜਿਹੜਾ ਹੈ ਉਹ ਕੋਈ ਕਿਸੇ ਪ੍ਰਕਾਰ ਫਤਿਹ ਨਹੀਂ ਕਰ ਸਕਦਾ, ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਤੇ ਹਥਿਆਰ ਵੀ ਹੋਣਾ ਚਾਹੀਦਾ ਉਹਦੇ ਪਾਸ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦਾ, ਸ਼ਬਦ ਦਾ ਸਹਾਇਤਾ ਲੈ ਤੇ ਨਾਮ ਰੂਪੀ ਸ਼ਸਤਰ ਨੂੰ ਹੱਥ ਵਿੱਚ ਪਕੜਨਾ ਕਰ। ਮਨ ਰਿਪ ਜੇਤਾ ਮਨੋਜ ਜੇ, ਦਵੈ ਲੋਕਨ ਸੁਖ ਸਾਰ। ਜਿਹੜੇ ਮਨੁੱਖ ਇਸ ਤਰ੍ਹਾਂ ਕਰਦੇ ਆ, ਗੁਰ ਸ਼ਬਦ ਦੀ ਸਹਾਇਤਾ ਲੈਂਦੇ ਆ, ਨਾਮ ਦਾ ਸ਼ਸਤਰ ਲੈਂਦੇ ਆ, ਉਹ ਆਪਣੇ ਮਨ ਤੇ ਫਤਿਹ ਪਾ ਲੈਂਦੇ ਆ। ਕਿਉਂਕਿ ਮਨ ਰਾਜਾ ਸੁਲਤਾਨ ਹੈ। ਆ ਕੀ ਹੋਇਆ ਬੈਠਾ, ਜਿੱਦ ਕਰ ਲਵੇ, ਕਿਸੇ ਵੀ ਗੱਲ ਤੇ ਕਰ ਲਵੇ। ਤੇ ਜੇ ਗੁਰ ਸ਼ਬਦ ਦੀ ਸਹਾਇਤਾ ਹੋਵੇ, ਨਾਮ ਦਾ ਹਥਿਆਰ ਹੋਵੇ, ਫਿਰ ਇਹ ਮਨ ਸੋਧਿਆ ਜਾਂਦਾ, ਮਾਰਿਆ ਜਾਂਦਾ ਹੈ। ਫਿਰ ਇਸ ਜੀਵ ਨੂੰ ਇਹ ਤੰਗ ਨਹੀਂ ਕਰਦਾ। ਇਹ ਮਨ ਮਾਰਨ ਦੇ ਨਾਲ ਸਾਰੇ ਕਾਰਜ ਸਿੱਧ ਹੋ ਜਾਂਦੇ। ਮਨਾ ਜੇ ਸੁੱਧ ਹੋਣਾ ਚਾਹੁੰਦਾ ਹੈ, ਗੁਰ ਸ਼ਬਦ ਦੀ ਸਹਾਇਤਾ ਲੈ ਕੇ ਨਾਮ ਦੇ ਸ਼ਸਤਰ ਦੇ ਨਾਲ ਇਸ ਵਿਕਾਰੀ ਮਨ ਨੂੰ ਮਾਰਨਾ ਕਰ। ਸ਼੍ਰੀ ਬਾਲਾ ਸੰਧੋਰ ਵਾਚ। ਬਾਬਾ ਬਾਲਾ ਸਾਹਿਬ ਜੀ ਕਿਰਪਾ ਕਰ ਰਹੇ ਹੈ। ਇਹ ਕਥਾ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਸੁਣਾ ਰਹੇ ਖਡੂਰ ਸਾਹਿਬ ਦੇ ਸਥਾਨ ਤੇ। ਚਾਉ ਪਏ ਸੁਨੋ ਕਥਾ ਪੁਨ ਫੇਰੋ ਨੰਦਨ। ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਇਹ ਕਥਾ ਨੂੰ ਸੁਣਨਾ ਕਰੋ। ਮਾਰਗ ਚਲਤਿਓ ਕਲੁਖ ਨਿਕੰਦਨ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਲਤਾਨ ਤੋਂ ਅੱਗੇ ਚੱਲੇ ਜਾ ਰਹੇ ਹਨ। ਸ਼ਮਸ ਕਹਾਣੀ ਸਰਬ ਸੁਨਾਏ। ਇਹ ਸ਼ਮਸ ਤਬਰੇਜ਼ ਦੀ ਜਿਹੜੀ ਵੀ ਕਹਾਣੀ ਹੈ, ਬਾਬਾ ਬਾਲਾ ਸਾਹਿਬ ਕਹਿੰਦੇ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਉਣਾ ਕੀਤੀ।
ਗਮਨਾਤ ਪਹੁੰਚਤ ਪੇ ਇੱਕ ਜਾਏ। ਇਸ ਤਰ੍ਹਾਂ ਮਹਾਰਾਜ ਚਲਦੇ ਚਲਦੇ ਇੱਕ ਜਗ੍ਹਾ ਤੇ ਪਹੁੰਚ ਗਏ। ਜਹ ਫਕੀਰ ਕੋ ਲੁੱਟ ਗਇਓ ਮੇਲਾ। ਉਹ ਫਕੀਰ ਸੀਗਾ ਜਿਹਦਾ ਮੇਲਾ ਉਜੜ ਗਿਆ ਸੀ, ਪਹਿਲਾਂ ਕਥਾ ਆ ਚੁੱਕੀ ਹੈ। ਨਿੰਦਾ ਪ੍ਰਗਟੇ ਭਇਓ ਦੁਹੇਲਾ। ਤੇ ਜਿਹਦੇ ਨਾਲ ਬੜਾ ਦੁਖੀ ਹੋਇਆ ਸੀ ਇਹ ਫਕੀਰ, ਗਇਓ ਪਖੰਡ ਉਗਰ ਸਭ ਪਾਜਾ। ਕਿਉਂਕਿ ਪਖੰਡੀ ਸੀਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਪਖੰਡ ਦਾ ਪਰਦਾ ਉਧੇੜਨ ਵਾਸਤੇ ਹੀ ਜਾਂਦੇ ਐ, ਸਮਤ ਦੇਣ ਵਾਸਤੇ, ਸਿੱਧੇ ਰਾਹੇ ਪਾਉਣ ਵਾਸਤੇ। ਲੋਕਨ ਬਿਖੈ ਅਦਿਕ ਸੋ ਲਾਜਾ। ਤੇ ਜਿਸ ਵੇਲੇ ਇਹਦਾ ਭਾਣਾ ਵਰਤਿਆ ਨਾ, ਮੇਲਾ ਉਜੜਿਆ, ਲੋਕਾਂ ਵਿੱਚ ਬੜਾ ਸ਼ਰਮਸ਼ਾਰ ਹੋਇਆ ਸੀਗਾ ਇਹ ਨਾਮ ਧਰੀਕ ਫਕੀਰ। ਤਹਿ ਕੋ ਕਰਨ ਕਰਤਾਰਥ ਫੇਰਾ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਦਇਆ ਹੈ ਮਨ ਦੇ ਵਿੱਚ, ਕਿਉਂਕਿ ਸਤਿਗੁਰਾਂ ਨੇ ਜਿਹੜਾ ਜਨੇਊ ਪਈਆਂ ਹੋਇਆ ਹੈ ਉਹਨੂੰ ਕਪਾਹ ਹੀ ਜਿਹੜੀ ਹੈ ਉਹ ਦਇਆ ਦੀ ਲੱਗੀ ਹੋਈ। ਦਇਆ ਕਪਾਹ ਸੰਤੋਖ ਸੂਦ ਜਤ ਕੱਢੀ ਸਤ ਵੱਟ, ਜਿਹੜਾ ਮਹਾਰਾਜ ਨੇ ਜਨੇਊ ਪਹਿਨਿਆ ਹੋਇਆ। ਵਿਖਾਵੇ ਦਾ ਜਨੇਊ ਨਹੀਂ ਹੈ ਸੱਚੇ ਪਾਤਸ਼ਾਹ ਮਹਾਰਾਜ ਦਾ, ਦਇਆ ਦੀ ਕਪਾਹ ਹੈ। ਤੇ ਇਸੇ ਪ੍ਰਕਾਰ ਸੰਤੋਖ ਦਾ ਸੂਤ ਹੈ, ਉਹ ਦਇਆ ਦੀ ਕਪਾਹ ਤੋਂ ਵੱਟਿਆ ਹੋਇਆ। ਜਤ ਗੰਢੀ, ਜਾਦੀਆਂ ਗੰਢਾਂ ਦਿੱਤੀਆਂ, ਸਾਦਾ ਵੱਟ ਚੜਾਇਆ ਹੋਇਆ ਹੈ। ਗਰੀਬ ਨਵਾਜ ਦਇਆ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਗਏ ਸਨ ਤੇ ਇਹ ਸ਼ੌ ਸੁਹਾਗਣ ਆਪਣੇ ਆਪ ਨੂੰ ਕਹਾਉਂਦਾ ਸੀ ਸੰਗਤ ਜੀ, ਤੇ ਦਰਵਾਜ਼ਾ ਨਹੀਂ ਸੀ ਖੋਲ੍ਹਦਾ ਤੇ ਅੰਦਰ ਇਹ ਪਾਪ ਕਰਮ ਕਰਦਾ, ਮੇਲਾ ਲਵਾਇਆ ਕਰਦਾ। ਤੇ ਇਸ ਤਰ੍ਹਾਂ ਅੰਦਰ ਸੋ ਇਹ ਪਾਪ ਕਰਮ ਲੜਕੀਆਂ ਨਾਲ ਕਰਦਾ ਸੀਗਾ, ਮਾਇਆ ਦੇ ਪਾਸ ਸੀਗੀ। ਤੇ ਸੱਚੇ ਪਾਤਸ਼ਾਹ ਮਹਾਰਾਜ ਗਏ ਤੇ ਇਹਨੇ ਦਰਵਾਜ਼ਾ ਨਹੀਂ ਸੀ ਖੋਲ੍ਹਿਆ, ਸਤਿਗੁਰਾਂ ਨੂੰ ਮਿਲਿਆ ਨਹੀਂ ਸੀਗਾ, ਬੰਦ ਰੱਖਿਆ ਦਰਵਾਜ਼ਾ। ਕਿਉਂ ਮਿਲਦਾ ਵੀ ਕਿਵੇਂ, ਇਹ ਅੰਦਰ ਪਾਪ ਕਰਮ ਭੋਗ ਰਿਹਾ ਸੀਗਾ। ਇਸ ਵਾਸਤੇ ਮਹਾਰਾਜ ਕਹਿਣ ਲੱਗੇ ਕੋਈ ਸ਼ੌ ਸੁਹਾਗਣ ਨਹੀਂ ਜੇ ਝੂਠਾ ਹੈਗਾ ਜੇ, ਦੇਖੋ ਅੰਦਰ ਕੀ ਕਰਦਾ। ਲੋਕਾਂ ਧੱਕਾ ਮਾਰ ਕੇ ਬੂਹਾ ਖੋਲ੍ਹਿਆ, ਅੱਗੇ ਵੇਸ਼ਵਾ ਪਈ ਨੰਗੀ, ਤੇ ਇਹ ਵੀ ਅਲਫ ਨੰਗਾ, ਫੜ ਕੇ ਬੜਾ ਜੂਦ ਫੇਰਿਆ ਲੋਕਾਂ ਨੇ। ਮੇਲਾ ਉਜੜ ਗਿਆ ਸਾਰਾ, ਜਿੱਥੇ ਦੀ ਜੈ ਜੈਕਾਰ ਹੁੰਦੀ ਸੀ ਉੱਥੇ ਬਦਨਾਮੀ ਹੋਈ। ਫਿਰ ਮਹਾਰਾਜ ਦੇ ਮਨ ਵਿੱਚ ਦਇਆ ਆਈ ਵੀ ਭੁੱਲ ਗਿਆ, ਚਲੋ ਇਹਨੂੰ ਬਖਸ਼ ਲਈਏ। ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਉਹ ਸ਼ੌ ਸੁਹਾਗਣ ਨਾਮ ਦਾ ਫਕੀਰ ਜਿਹੜਾ ਡੁੱਬ ਗਿਆ ਸੀ, ਕਾਮ ਦੀ ਅਗਨੀ ਦੇ ਵਿੱਚ ਸੜ ਗਿਆ ਸੀਗਾ, ਉਹਨੂੰ ਮਹਾਰਾਜ ਉਬਾਰਨ ਵਾਸਤੇ, ਤਾਰਨ ਵਾਸਤੇ ਦੁਬਾਰਾ ਗਏ ਹਨ। ਗਏ ਗੁਰੂ ਸੋ ਦੁਖਿਆ ਹੇਰਾ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਗਏ, ਦੇਖਿਆ ਵੀ ਬੜਾ ਦੁੱਖ ਹੈ। ਕਿਉਂਕਿ ਜਿਹਦਾ ਮਾਣ ਸਨਮਾਨ ਹੋਵੇ, ਧਨ ਦੌਲਤ ਹੋਵੇ, ਲੋਕ ਜਿਹੜੇ ਆ ਪੂਜਣ ਮੰਨਣ, ਤੇ ਇੱਕਦਮ ਹੀ ਮਾਇਆ ਵੀ ਜਾਂਦੀ ਰਹੇ, ਮਾਣ ਸਤਿਕਾਰ ਵੀ ਜਾਂਦਾ ਰਹੇ, ਉਲਟਾ ਜੁੱਤੇ ਪੈ ਜਾਣ ਤੇ ਮਨੁੱਖ ਨੂੰ ਮਰਨ ਤੋਂ ਵੀ ਬਦਤਰ ਹਾਲਤ ਹੋ ਜਾਂਦੀ ਹੈ। ਮਹਾਰਾਜ ਨੇ ਦੇਖਿਆ ਬੜੀ ਮੰਦੀ ਹਾਲਤ, ਪਛਤਾਉਂਦਾ ਇਹਨੂੰ ਬਚਾਈਏ ਚੱਲ ਕੇ। ਤਿਸੇ ਤੇ ਕੈ ਕਿਨੋ ਡੇਰਾ। ਉਹ ਬਿਰਧ ਮਾਤਾ ਸੀ ਉਸ ਨਗਰ ਦੀ, ਜਿਹਦੇ ਘਰੇ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਵੀ ਜਾ ਕੇ ਡੇਰਾ ਕੀਤਾ ਸੀਗਾ, ਜਦ ਇਹਦਾ ਪਾਜ ਉਘੇੜਿਆ ਸੀ ਸ਼ੌ ਸੁਹਾਗਣ ਦਾ। ਤੇ ਹੁਣ ਜੇ ਤਾਰਨਾ ਇਹਨੂੰ, ਤਾਂ ਵੀ ਸਤਿਗੁਰਾਂ ਨੇ ਉਸੇ ਬਿਰਧ ਮਾਤਾ ਦੇ ਘਰੇ ਜਾ ਕੇ ਡੇਰਾ ਕਰ ਲਿਆ। ਜਾਵਤ ਕਿਨੋ ਜਹਾਂ ਬਸੇਰਾ। ਕਿਉਂਕਿ ਪਹਿਲਾਂ ਵੀ ਸੱਚੇ ਪਾਤਸ਼ਾਹ ਉਸੇ ਮਾਈ ਦੇ ਹੀ ਘਰੇ ਰਹੇ ਸੀ ਜਾ ਕੇ। ਚੰਦ ਰਾਤ ਪੁਨ ਤਾਂ ਦਿਨ ਸੋਏ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਉਹ ਜਦੋਂ ਗਏ ਸੀ ਨਾ, ਤੇ ਹਨੇਰੀ ਰਾਤ ਸੀਗੀ ਮੱਸਿਆ ਦੀ। ਮੇਲਾ ਤਾਂ ਕੇ ਭਇਓ ਨਾ ਕੋਏ। ਅੱਜ ਵੀ ਉਹੀ ਮੱਸਿਆ ਦੀ ਰਾਤ ਹੈ। ਪਹਿਲਾਂ ਮੱਸਿਆ ਦੀ ਰਾਤ ਨੂੰ ਮੇਲਾ ਭਰਦਾ ਸੀ ਬੜਾ ਜ਼ਿਆਦਾ, ਜਿਉਂਦਾ ਪਾਜ ਉਗੜਿਆ ਮੇਲਾ ਲੱਗਣਾ ਬੰਦ ਹੋ ਗਿਆ। ਅੱਜ ਮਹਾਰਾਜ ਗਏ ਨੇ ਮੱਸਿਆ ਦੀ ਰਾਤ ਨੂੰ, ਅੱਜ ਵੀ ਕੋਈ ਮੇਲਾ ਨਹੀਂ ਹੈ, ਉਜਾੜ ਪਿਆ ਹੋਇਆ ਡੇਰਾ ਸਾਧ ਦਾ, ਪਖੰਡੀ ਦਾ। ਆਸ ਪੇਖ ਉਪਜੇ ਕਰੁਣਾ ਭਾਰੇ। ਗਰੀਬ ਨਵਾਜ ਦੀਨ ਦਿਆਲ ਹਨ ਸੱਚੇ ਪਾਤਸ਼ਾਹ। ਦੇਖਿਆ ਸਾਧ ਪਾਸ ਮਾਇਆ ਚੰਗੀ ਸੀ, ਚੰਗਾ ਇੱਜ਼ਤ ਮਾਣ, ਲੋਕ ਚੰਗਾ ਮੇਲਾ ਲਾਉਂਦੇ ਸੀਗੇ, ਤੇ ਇਹਦੇ ਉਜੜ ਗਿਆ ਸਾਰਾ। ਦੇਖ ਕੇ ਸੱਚੇ ਪਾਤਸ਼ਾਹ ਦੇ ਮਨ ਵਿੱਚ ਦਇਆ ਆਈ। ਭੋਜਨ ਕੇਨ ਬਰਥਾ ਸੋ ਨਾਰੇ। ਤੇ ਉਹ ਜਿਹੜੀ ਬਜ਼ੁਰਗ ਮਾਤਾ ਸੀ ਨਾ, ਜਿਹਦੇ ਘਰੇ ਸੱਚੇ ਪਾਤਸ਼ਾਹ ਪਹਿਲੀ ਵਾਰ ਜਾ ਕੇ ਵੀ ਡੇਰਾ ਕੀਤਾ ਸੀ, ਅੱਜ ਉਹਨੂੰ ਤਾਰਨ ਆਏ ਆ, ਤਾਂ ਵੀ ਮਾਈ ਦੇ ਘਰੇ ਡੇਰਾ ਕੀਤਾ। ਉਹ ਮਾਈ ਨੂੰ ਸਤਿਗੁਰੂ ਜੀ ਪੁੱਛਣ ਲੱਗੇ, ਦੋਹਰਾ ਸ਼ਹੋ ਸੁਹਾਗਣ ਜਹ ਹੋ ਤੋ ਮੇਲਾ ਭਇਓ ਨਾ ਤਾਹੇ। ਇਹ ਮਾਤਾ, ਇੱਥੇ ਤੁਹਾਡੇ ਇੱਕ ਸੰਤ ਰਹਿੰਦਾ ਸੀਗਾ ਸ਼ੌ ਸੁਹਾਗਣ ਨਾਮ ਦਾ,
ਤੇ ਉਹਦੇ ਮੇਲਾ ਭਰਦਾ ਸੀ। ਇਸ ਵਾਰ ਤਾਂ ਮੇਲਾ ਨਹੀਂ ਉਹਦਾ ਲੱਗਾ ਹੈ। रहत यहाँ कधो नहे मानव मन है जाहे। ਇੱਥੇ ਉਹ ਰਹਿੰਦਾ ਹੈ ਕਿ ਜਾਂ ਛੱਡ ਕੇ ਚਲੇ ਗਿਆ ਹੈ। ਜੇ ਰਹਿੰਦਾ ਹੈ ਤੇ ਉਹਨੂੰ ਪਿੰਡ ਦੇ ਜਾਂ ਇਲਾਕੇ ਦੇ ਲੋਕ ਮੰਨਦੇ ਆ ਕਿ ਨਹੀਂ ਮੰਨਦੇ। ਇਹ ਮਹਾਰਾਜ ਨੇ ਉਹ ਮਾਈ ਨੂੰ ਸਵਾਲ ਕੀਤਾ। चौपए तिय कह तेह झूठ समाजा। ਤੇ ਮਾਤਾ ਕਹਿਣ ਲੱਗੀ, ਕਹਿੰਦੇ ਮਹਾਰਾਜ ਉਹਦੇ ਮਹਾ ਕਪਟੀ ਤੇ ਝੂਠਾ ਸੀਗਾ। वो घर गयो जो किनो पाजा। ਜੋ ਉਸਨੇ ਕੋ ਕਰਮ ਕੀਤਾ ਸੀ ਨਾ ਮਹਾਰਾਜ, ਉਹਦਾ ਪਾਜ ਉਗੜ ਗਿਆ। सेमर फल जेम ताहे बनाओ। ਉਹ ਮਹਾਰਾਜ ਇਸ ਤਰ੍ਹਾਂ ਹੈ ਜਿਵੇਂ ਸਿੰਬਲ ਦਾ ਫਲ ਹੁੰਦਾ ਹੈ। पाके ते सो तूल उडाओ। ਬਾਕੀ ਦੇ ਦੁਨੀਆ ਦੇ ਫਲ ਜਿਹੜੇ ਹੈ ਉਹ ਤੇ ਪਕਣ ਦੇ ਰਸਦਾਇਕ ਹੋ ਜਾਂਦੇ ਆ। ਜਿਹੜਾ ਸਿੰਬਲ ਦਾ ਫਲ ਹੈ ਨਾ, ਉਹ ਜਦੋਂ ਉਹਦੀ ਖੋਖੜੀ ਜੀ ਪੱਕਦੀ ਹੈ ਤੇ ਫਟ ਜਾਂਦਾ ਹੈ ਤੇ ਉਹਦੇ ਵਿੱਚੋਂ ਨਾ ਰੂੰ ਦੀਆਂ ਬੂੰਬੀਆਂ ਜੀਆਂ ਬਣ ਕੇ ਉੱਡਣੀਆਂ ਸ਼ੁਰੂ ਹੋ ਜਾਂਦੀਆਂ ਗੀਆਂ। ਉਹ ਮਹਾਰਾਜ ਨੇ ਇਸੇ ਕਰਕੇ ਕਿਹਾ ਨਾ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਉਹਦੇ ਨਾ ਪੱਤੇ ਕੰਮ ਆਉਂਦੇ ਆ, ਨਾ ਫਲ ਕੰਮ ਆਉਂਦੇ ਆ, ਨਾ ਫੁੱਲ ਕੰਮ ਆਉਂਦੇ ਆ। ਮਾਤਾ ਕਹਿਣ ਲੱਗੀ ਮਹਾਰਾਜ ਜਿਵੇਂ ਸਿੰਬਲ ਦਾ ਫਲ ਪਾ ਕੇ ਉਹਦੇ ਤੂਲ ਉੱਡ ਜਾਂਦੇ ਆ, ਉਹ ਰੂਈ ਦੀਆਂ ਬੂੰਬੀਆਂ ਜੀਆਂ ਉਹਦੇ ਵਿੱਚੋਂ ਨਿਕਲ ਕੇ ਉੱਡ ਜਾਂਦੀਆਂ ਹਵਾ ਦੇ ਵਿੱਚ। आस सोन कै बेदे कोल केता। ਐ ਮਹਾਰਾਜ ਉਹਦਾ ਪਾਜ ਉਗੜ ਗਿਆ, ਉੱਡ ਗਿਆ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਮਾਈ ਦੇ ਬਚਨ ਸੁਣੇ। बैठे तह तिय वहरन केता। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਹ ਮਾਈ ਦੇ ਘਰ ਦੇ ਬਾਹਰ ਹੋ ਕੇ ਬੈਠ ਗਏ। लोला कर पगते तेह काला। ਇੱਕ ਮਨੁੱਖ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਜਿਹਦੇ ਪੈਰ ਨਹੀਂ ਸੀ, ਪੈਰ ਵੱਡੇ ਹੋਏ ਸੀਗੇ, ਕਾਸੇ ਵਿੱਚ ਅੜ ਕੇ ਵੱਡੇ ਗਏ ਪੈਰ। आयो एक अवलोक दयाला। ਤੇ ਉਹ ਮਹਾਰਾਜ ਦੇ ਪਾਸ ਆ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਇਆ ਆਈ ਉਹਦੇ ਉੱਤੇ। दर्शन दर से पे पद पाना। ਕਿਉਂਕਿ ਉਹ ਜਿਹਦੇ ਪੈਰ ਨਹੀਂ ਸੀ ਨਾ, ਲੂਲਾ ਸੀ ਪੈਰਾਂ ਤੋਂ, ਉਹਨੇ ਆਣ ਕੇ ਮਹਾਰਾਜ ਦੇ ਚਰਨ ਪਰਸੇ, ਨਮਸਕਾਰ ਕੀਤੀ। आत सुंदर होयो सावधाना। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰ ਦਿੱਤੀ। ਜਦ ਦਇਆ ਦੀ ਦ੍ਰਿਸ਼ਟੀ ਨਾਲ ਤੱਕਿਆ, ਆ ਦੁਨੀਆ ਵਾਲੇ ਡਾਕਟਰ ਪੈਰ ਨਹੀਂ ਲਾ ਸਕਦੇ, ਲੱਕੜ ਦੇ ਜਾਂ ਪਲਾਸਟਿਕ ਦੇ ਤਾਂ ਬਣਾ ਕੇ ਲਾ ਦੇਣ। ਸਤਿਗੁਰਾਂ ਨੇ ਉਹਦੇ ਅਸਲੀ ਪੈਰ ਸਹੀ ਕਰ ਦਿੱਤੇ। ਦੋਵੇਂ ਪੈਰ ਵੱਡੇ ਹੋਏ ਸੀ। ਨਿਗਾਹ ਕੀਤੀ ਕਿ ਦੋਨੋਂ ਹੀ ਪੈਰ ਉਸ ਨੂੰ ਲੱਗ ਗਏ। हाथ बांध सो खरा अगारे। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਉਹ ਲੂਲਾ ਖਲੋਤਾ ਹੋਇਆ ਪੈਰ ਪ੍ਰਾਪਤ ਕਰਕੇ। होए देन मुख गिरा उचारे। ਅਤੇ ਬੜੀ ਨਿਮਰਤਾ ਦੇ ਨਾਲ ਗਰੀਬ ਨਵਾਜ ਪਾਤਸ਼ਾਹ ਨੂੰ ਕਹਿਣ ਲੱਗਾ, रावर के दर्शन तन मेरा। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਹੈ। ਤੁਹਾਡੇ ਦਰਸ਼ਨ ਕਰਨ ਦੇ ਨਾਲ पहा अरोग दुख कटयो कनेरा। ਆ ਮਹਾਰਾਜ ਮੇਰਾ ਦੁੱਖ ਕਟਿਆ ਗਿਆ। ਪੈਰ ਮੇਰੇ ਸੀ ਨਹੀਂ ਗਏ, ਵੱਡੇ ਗਏ ਸੀਗੇ ਤੇ ਤੁਸੀਂ ਮਿਹਰ ਕੀਤੀ ਹੈ ਤੁਹਾਡੇ ਦਰਸ਼ਨ ਕਰਨ ਦੇ ਨਾਲ। ਇਹ ਮੇਰੇ ਪੈਰ ਜਿਵੇਂ ਪੁਰਾਣੇ ਸੀਗੇ ਉਵੇਂ ਜ਼ਿਕਰ ਇਨ ਬਿਨ ਮੇਰੇ ਪੈਰ ਦੁਬਾਰਾ ਮੇਰੀਆਂ ਲੱਤਾਂ ਦੇ ਨਾਲ ਜੁੜ ਗਏ ਹਨ। मोते संग छोड़ो मोते संग ना छोड़ो जाए। ਇਸ ਵਾਸਤੇ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡੇ ਨਾਲੋਂ ਵਿਛੜਨਾ ਨਹੀਂ ਹੈ। ਆ ਤੁਸੀਂ ਪੈਰ ਦਿੱਤੇ ਮੈਨੂੰ, ਪੈਰਾਂ ਤੋਂ ਬਿਨਾਂ ਕੀ ਹਾਲਤ ਹੁੰਦਾ ਹੈ। ਜਿਹਦੇ ਹੱਥ ਨਾ ਹੋਣ ਉਹਦੀ ਕੀ ਹਾਲਤ ਹੁੰਦੀ। ਕਹਿੰਦੇ ਅੱਖਾਂ ਗਈਆਂ ਤੇ ਜਹਾਨ ਗਿਆ, ਤੇ ਜ਼ੁਬਾਨ ਗਈ ਤੇ ਸਵਾਦ ਗਿਆ, ਦੰਦ ਗਏ ਤਾਂ। ਇਸ ਤਰ੍ਹਾਂ ਹੀ ਸਾਰੇ ਅੰਗ ਪਰਮੇਸ਼ਵਰ ਨੇ ਲਾਏ ਹੋਏ ਹੈ। ਕਈਆਂ ਦੇ ਵਿਚਾਰਿਆਂ ਦੇ ਹੱਥ ਕੰਬਦੇ ਰਹਿੰਦੇ ਐ, ਕੰਬੀ ਜਾਂਦੇ ਐ। ਕਈਆਂ ਦੇ ਪੈਰ ਜਿਹੜੇ ਆ ਉਹਨਾਂ ਤੋਂ ਚਲਿਆ ਨਹੀਂ ਜਾਂਦਾ। ਇਹ ਮਹਾਰਾਜ ਮੇਰੇ ਪੈਰ ਵੱਡੇ ਹੋਏ ਸੀਗੇ, ਮੇਰੀ ਜਿਹੜੀ ਹਾਲਤ ਹੈ ਕਹਿ ਨਹੀਂ ਸਕਦਾ, ਚਲਿਆ ਜਾਂਦਾ ਨਹੀਂ ਸੀ। ਮਹਾਰਾਜ ਤੁਸੀਂ ਕਿਰਪਾ ਕੀਤੀ, ਮੈਨੂੰ ਪੈਰ ਦੇ ਦਿੱਤੇ। ਤੇ ਇਹ ਜਿਹੜੀ ਮਿਹਰ ਤੁਸੀਂ ਕੀਤੀ ਹੈ ਨਾ, ਇਹ ਹੁਣ ਮੈਂ ਤੁਹਾਡੇ ਨਾਲ ਹੀ ਰਹਿਣਾ, ਮੈਂ ਨਹੀਂ ਕਿੱਥੇ ਵੀ ਜਾਣਾ। ਤੁਸੀਂ ਦਇਆ ਕੀਤੀ ਹੈ ਤੇ ਮੈਂ ਤੁਹਾਡੇ ਦਰਸ਼ਨ ਕਰਦਾ ਰਹਾਂਗਾ ਜੀਵਨ ਭਰ। राखव अब अपने शरण आए। ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰੋ ਜੀ। सोन मुस्काने कृपा निधाना। ਇਹ ਬਚਨ ਉਸ ਲੂਲੇ ਦੇ ਸੁਣੇ ਗਰੀਬ ਨਵਾਜ ਜੀ ਨੇ ਤੇ ਮੁਸਕਰਾਏ, ਪ੍ਰਸੰਨ ਹੋਏ। तेह सो इस बेद बचन बखाना। ਅਤੇ ਉਸ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ,
ਨਗਰ ਬਿਖੈ ਬੂਝੇ ਜੇ ਕੋ। ਭਈ ਤੂੰ ਸਾਡੇ ਨਾਲ ਨਾ ਰਹਿ, ਇੱਕ ਅਸੀਂ ਤੈਨੂੰ ਸੇਵਾ ਲਾਉਨੇ ਆ, ਉਹ ਤੂੰ ਨਿਭਾ। ਕਹਿੰਦਾ ਹਾਂ ਮਹਾਰਾਜ ਹੁਕਮ ਕਰੋ। ਗਰੀਬ ਨਵਾਜ ਕਹਿਣ ਲੱਗੇ ਤੂੰ ਇਸੇ ਪਿੰਡ ਦਾ ਰਹਿਣ ਵਾਲਾ? ਕਹਿੰਦਾ ਹਾਂ ਮਹਾਰਾਜ ਇਹੀ ਮੇਰਾ ਪਿੰਡ ਹੈ। ਮਹਾਰਾਜ ਕਹਿੰਦੇ ਜੇ ਤੈਨੂੰ ਪਿੰਡ ਵਿੱਚ ਕੋਈ ਪੁੱਛੇ ਕਿਸ ਬੇਦ ਤੇਰੇ ਕਰ ਪਗ ਹੋ। ਉਹ ਤੇਰੇ ਤੇ ਹੱਥ ਵੀ ਨਹੀਂ ਸੀਗੇ ਤੇ ਪੈਰ ਵੀ ਨਹੀਂ ਸੀਗੇ, ਤੇ ਆ ਤੇਰੇ ਹੱਥ ਤੇ ਪੈਰ ਇਹ ਦੁਬਾਰਾ ਕਿਵੇਂ ਉੱਗ ਪਏ? ਤੈਨੂੰ ਕਿਹਨੇ ਦੇ ਦਿੱਤੇ ਹਨ? ਕਹੀਐ ਸਹੁ ਸੁਹਾਗਣ ਦੀਨਾ। ਤੇ ਤੂੰ ਨਾ ਸਾਡਾ ਨਾਂ ਨਾ ਲਈ। ਜਿਹੜਾ ਵੀ ਕੋਈ ਪੁੱਛੇ ਨਾ ਤੂੰ ਕਹੀਂ ਜੀ ਮੈਨੂੰ ਤੇ ਸਹੁ ਸੁਹਾਗਣ ਮਹਾਂਪੁਰਖ ਜਿਹੜੇ ਹਨ ਉਹਨਾਂ ਨੇ ਹੱਥ ਪੈਰ ਦਿੱਤੇ ਹੋਏ ਆ। ਲੋਲੇ ਤੇ ਕਰ ਪਗ ਸ਼ੋਭ ਕੀਨਾ। ਤੇ ਆ ਮੇਰੇ ਹੱਥ ਵੀ ਨਹੀਂ ਸੀ, ਪੈਰ ਵੀ ਨਹੀਂ ਸੀ, ਵੱਡੇ ਹੋਏ ਸੀ। ਸਹੁ ਸੁਹਾਗਣ ਹੋ ਸਕਦਾ ਕੋਈ ਗੁਰੂ ਨਾਨਕ ਪਾਤਸ਼ਾਹ ਵਰਗਾ ਪਰਉਪਕਾਰੀ, ਹੱਥ ਪੈਰ ਆਪ ਬਖਸ਼ਿਸ਼ ਕਰ ਦਿੱਤੇ। ਤੇ ਜਿਹਦਾ ਮੇਲਾ ਉਜੜ ਗਿਆ, ਕੁੱਟਿਆ ਪਿੰਡ ਵਾਲਿਆਂ ਨੇ, ਫੜ ਕੇ ਸੇਵਾ ਕੀਤੀ, ਕੁਕਰਮ ਭੋਗਦੇ ਨੂੰ ਪਕੜ ਕੇ। ਮਹਾਰਾਜ ਕਹਿੰਦੇ ਤੂੰ ਕਹੀਂ ਉਹਨੇ ਦਿੱਤੇ ਆ ਮੈਨੂੰ ਹੱਥ ਪੈਰ, ਸਾਡਾ ਨਾਂ ਨਹੀਂ ਲੈਣਾ ਕਿਸੇ ਦੇ ਪਾਸ। ਆਇ ਸਮਾਨ ਗੁਰੂ ਕੇ ਸੋ। ਉਹਨੇ ਹੁਕਮ ਮੰਨਿਆ ਸੱਚੇ ਪਾਤਸ਼ਾਹ ਦਾ। ਡਰਦਾ ਵੀ ਹੈ ਜੇ ਮੈਂ ਹੁਕਮ ਨਾ ਮੰਨਿਆ ਕਿਤੇ ਦੁਬਾਰਾ ਹੀ ਹੱਥ ਪੈਰ ਨਾ ਝੜ ਜਾਂਦੇ ਹੁਣ ਮੇਰੇ। ਕਹਿਣ ਲੱਗਾ ਚੰਗਾ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ। ਗਇਓ ਨਗਰ ਬੁਝੈ ਜੇ ਕੋ। ਤੇ ਪਿੰਡ ਵਿੱਚ ਚਲੇ ਗਿਆ। ਜਿਹੜਾ ਵੀ ਕੋਈ ਉਸ ਨੂੰ ਮਿਲਦਾ ਤੇ ਪੁੱਛਦਾ ਹੈ ਲੋਲੇ ਤੈਂ ਕਰ ਪਗ ਕਿਤ ਪਾਏ। ਓਏ ਤੇਰੇ ਤੇ ਹੱਥ ਵੀ ਨਹੀਂ ਸੀਗੇ, ਪੈਰ ਵੀ ਨਹੀਂ ਸੀ, ਆ ਤੈਨੂੰ ਹੱਥ ਪੈਰ ਕਿੱਥੋਂ ਮਿਲ ਗਏ ਐ? ਸੋ ਸੋਨ ਤਾਂਕੋ ਦੇਤ ਬਤਾਏ। ਅੱਗੋਂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਮਿਹਰਾਂ ਦਾ ਪੜਾਇਆ ਹੋਇਆ ਉਹ ਲੋਕਾਂ ਨੂੰ ਦੱਸਦਾ ਹੈ। ਸਹੁ ਸੁਹਾਗਣ ਕਰੁਣਾ ਕੀਨੇ। ਇਹ ਮੇਰੇ ਉੱਤੇ ਦਇਆ ਕੀਤੀ ਹੈ ਸਹੁ ਸੁਹਾਗਣ ਸੰਤਾਂ ਨੇ। ਦੇਹ ਅਰੋਗ ਤੁਰਤ ਕਰ ਦੇਨੇ। ਤੇ ਆ ਮੈਨੂੰ ਹੱਥ ਵੀ ਦੇਤੇ ਐ, ਪੈਰ ਵੀ ਦੇਤੇ ਐ, ਮੈਨੂੰ ਤੰਦਰੁਸਤ ਕਰ ਦਿੱਤਾ ਹੈ। ਸੁਨ ਕਾ ਲੋਕਨ ਅਚਾਰਜ ਮਾਨਾ। ਇਹ ਲੋਕ ਸੁਣਦੇ ਐ ਭਈ ਦੇਖੋ ਸਹੁ ਸੁਹਾਗਣ ਉਹ ਤੇ ਕੋਈ ਕਰਮ ਕਰਦਾ ਫੜਿਆ ਗਿਆ ਸੀ, ਇਹੋ ਜਿਹਾ ਖੋਟਾ ਬੰਦਾ, ਉਹਨੇ ਹੱਥ ਪੈਰ ਦੇ ਤੇ ਬੜਾ ਕਰਾਮਾਤੀ ਹੈ। ਜਿਹੜਾ ਵੀ ਇਸ ਗੱਲ ਨੂੰ ਸੁਣਦਾ ਬੜਾ ਹੈਰਾਨ ਹੁੰਦਾ ਹੈ। ਸਗਲੇ ਪੁਰ ਤਿਨ ਕੇਨ ਪਿਆਨਾ। ਸਾਰੇ ਪਿੰਡ ਦੇ ਵਿੱਚ ਉਹ ਜਿਹਦੇ ਹੱਥ ਪੈਰ ਨਹੀਂ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਦਿੱਤੇ ਹੈ, ਤੁਰਿਆ ਫਿਰਦਾ ਤੇ ਲੋਕਾਂ ਨੂੰ ਦੱਸਦਾ ਫਿਰਦਾ ਇਹ ਮੈਨੂੰ ਹੱਥ ਪੈਰ ਸਹੁ ਸੁਹਾਗਣ ਨਾਮ ਦੇ ਸਾਧੂ ਨੇ ਦਿੱਤੇ ਹਨ। ਕਹਿਤ ਕਹਿਤ ਤਿਹ ਕੇ ਢਿਗ ਆਇਓ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਦੱਸਦਾ ਹੋਇਆ ਇਹ ਲੂਲਾ ਤੇ ਪਿੰਗਲਾ ਕਿੱਥੇ ਪਹੁੰਚ ਗਿਆ? ਸਹੁ ਸੁਹਾਗਣ ਜੋ ਨ ਕਹਾਇਓ। ਜਿੱਥੇ ਡੇਰਾ ਬਣਿਆ ਹੋਇਆ ਸੀ ਸਹੁ ਸੁਹਾਗਣ ਦਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਮੇਰਾ ਸਹੁ ਮੇਰਾ ਪਤੀ ਕਰਤਾ ਹੈ, ਖੁਦਾ ਹੈ, ਮੈਂ ਉਹਦੀ ਸੁਹਾਗਣ ਹਾਂ। ਇਸ ਤਰ੍ਹਾਂ ਦਾ ਪਰਪੰਚ ਰਚਿਆ ਹੋਇਆ ਸੀ। ਇਹ ਚੱਲ ਕੇ ਉਹਦੇ ਡੇਰੇ ਪਹੁੰਚ ਗਿਆ। ਸੁਨ ਕਰ ਬੂਝਤ ਕਿਹ ਥਾਲ ਸੋ। ਤੇ ਕਹਿਣ ਲੱਗਾ ਅੱਗੋਂ ਇਸ ਨੂੰ ਜਾਹੇ ਤੋਰ ਦੁਖ ਦੇਨੋ ਖੋ। ਤੇ ਕਿੱਥੇ ਗਿਆ ਭਈ ਤੂੰ? ਤੇਰੇ ਤੇ ਹੱਥ ਪੈਰ ਨਹੀਂ ਸੀ, ਕਿੰਨੇ ਤੇਰੇ ਤੇ ਕਿਰਪਾ ਕੀਤੀ ਆ? ਤੈਨੂੰ ਹੱਥ ਪੈਰ ਕਿਸ ਨੇ ਦਿੱਤੇ ਹਨ? ਕਹਿ ਸੋ ਚਲੋ ਮੋਰ ਤੁਮ ਸੰਗਾ। ਤੇ ਕਹਿਣ ਲੱਗਾ ਅੱਗੋਂ ਉਹ ਟੁੰਡਾ ਤੇ ਪਿੰਗਲਾ ਵੀ ਚੱਲ ਮੇਰੇ ਨਾਲ ਸੰਤਾ, ਦਰਸਾਵਾਂ ਜਿਹ ਕੀਆ ਦੁਖ ਭੰਗਾ। ਮੈਂ ਤੈਨੂੰ ਉਹਨਾਂ ਦੇ ਦਰਸ਼ਨ ਕਰਾਉਂਦਾ ਹਾਂ ਜਿਨ੍ਹਾਂ ਨੇ ਮੇਰਾ ਕੋੜ ਲਾਇਆ ਮੇਰੇ ਗਲੋਂ, ਮੈਨੂੰ ਨਵਾਂ ਜੀਵਨ ਦਿੱਤਾ, ਮੇਰੇ ਹੱਥ ਪੈਰ ਮੈਨੂੰ ਦਿੱਤੇ ਹਨ। ਸਹੁ ਸੁਹਾਗਣ ਆਚਾਰਜ ਮਾਨਿਓ। ਸਹੁ ਸੁਹਾਗਣ ਨੇ ਉਹ ਪਖੰਡੀ ਸੰਤ ਨੇ ਇਹ ਜਿਸ ਵੇਲੇ ਬਾਚਨ ਸੁਣੇ ਬੜਾ ਹੈਰਾਨ ਹੋਇਆ। ਦਰਸ਼ਨ ਕਰਨੇ ਹੇਤ ਲੁਭਾਨਿਓ। ਅਤੇ ਮਨ ਵਿੱਚ ਹੋਇਆ ਮਨਾ ਚੱਲ ਉਸ ਰੱਬ ਦੇ ਦਰਸ਼ਨ ਕਰੀਏ। ਉਹ ਕੱਟੀ ਹੋਈ ਤੇ ਕੋਈ ਉਂਗਲੀ ਨਹੀਂ ਜੋੜ ਸਕਦਾ। ਚੀਚੀ ਦਾ ਪੋਰ ਨਿੱਕਾ ਜਿਹਾ ਕੱਟਿਆ ਜਾਵੇ ਉਹ ਨਹੀਂ ਪੂਰਾ ਹੁੰਦਾ, ਜਿੱਥੋਂ ਅੰਗ ਕੱਟਿਆ ਜਾਵੇ ਉੱਥੇ ਹੀ ਖਲੋ ਜਾਂਦਾ। ਇਹਨੂੰ ਹੱਥ ਵੀ ਦੋਵੇਂ ਪ੍ਰਾਪਤ ਹੋ ਗਏ, ਪੈਰ ਵੀ ਮਿਲ ਗਏ। ਕੌਣ ਐਡਾ ਵੱਡਾ ਰੱਬ ਜਿਹਨੇ ਕੁਦਰਤ ਕੀਤੀ ਹੈ? ਇਹਦਾ ਕਾਰਨ ਕੌਣ ਹੈ? ਚੱਲਾਂ ਉਹਦੇ ਮੈਂ ਦਰਸ਼ਨ ਕਰਾਂ, ਇਹ ਮਨ ਵਿੱਚ ਆਇਆ। ਸੰਗ ਚਲਿਓ ਸ਼ਿਰ ਗੁਰ ਢਿਗ ਆਏ। ਇਸ ਤਰ੍ਹਾਂ ਉਹ ਸਹੁ ਸੁਹਾਗਣ
ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਵਾਂ ਜੀਵਨ ਦਿੱਤਾ ਸੀ ਹੱਥ ਪੈਰ ਦੇ ਕੇ, ਉਹਦੇ ਨਾਲ ਚੱਲ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਪਹੁੰਚ ਗਿਆ। ਦਵਾ ਲੋਚਨ ਮਹਿ ਕਰੁਣਾ ਛਾਏ। ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ, ਜਿਨ੍ਹਾਂ ਦੇ ਨੇਤਰਾਂ ਵਿੱਚ ਸਦਾ ਵਾਸਤੇ ਦਇਆ ਭਰੀ ਹੋਈ, ਜੀਆਂ ਦੇ ਉੱਤੇ ਪਰਉਪਕਾਰ ਕਰਨਾ, ਦਇਆ ਕਰਨੀ। ਦੋਹਰਾ ਸ਼ਾਹ ਸੁਹਾਗਣ ਦਾਰਸ ਕਰ, ਜਾਣੇ ਸੋ ਦਰਵੇਸ਼। ਜਿਸ ਵੇਲੇ 100 ਸੁਹਾਗਣ ਨੇ ਦਰਸ਼ਨ ਕੀਤੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਮਨ ਗਦ-ਗਦ ਹੋ ਗਿਆ। ਮਨ ਵਿੱਚ ਕਹਿੰਦਾ ਇਹ ਸੱਚੇ ਰੱਬ ਦੇ ਦਰਵੇਸ਼ ਹਨ, ਫਕੀਰ ਹਨ। ਦਰ ਪਰ ਮੇਰੇ ਜੋ ਮੁਰੇ, ਸੋ ਖੁਦਾਏ ਜਗਤੇਸ਼। ਨਾਲ ਹੀ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਾ ਓਏ ਪਾਪੀਆ, ਤੇ ਉਹ ਰੱਬ ਹੈ ਜਿਹੜੇ ਤੇਰੇ ਦਰਵਾਜ਼ੇ ਤੇ ਤੈਨੂੰ ਦਰਸ਼ਨ ਦੇਣ ਗਏ ਸੀਗੇ ਤੇ ਤੂੰ ਦਰਵਾਜ਼ਾ ਨਹੀਂ ਸੀ ਖੋਲਿਆ, ਇਹ ਤੇ ਉਹ ਰੱਬ ਹਨ। ਚਾਉ ਪਏ ਮੋਰ ਪਖੰਡ ਤਜਾਵਨ ਆਇਓ। ਤੇ ਆਪਣੇ ਮਨ ਵਿੱਚ ਇਹਦੇ ਇਹ ਧਾਰਨਾ ਵੱਜ ਗਈ, ਜਿਹੜਾ ਮੈਂ ਪਖੰਡ ਧਾਰਿਆ ਹੋਇਆ ਸੀ, ਉਹ ਮੇਰਾ ਪਖੰਡ ਦੂਰ ਕਰਕੇ ਮੈਨੂੰ ਤਾਰਨ ਵਾਸਤੇ ਇਹ ਆਏ ਹਨ। ਇਸ ਬਿਧ ਜਾਨ ਚਰਨ ਲਪਟਾਇਓ। ਇਸ ਤਰ੍ਹਾਂ ਜਾਣ ਕੇ ਕਰਮ ਭਾਗ ਚੰਗੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਸ਼ੌ ਸੁਹਾਗਣ। ਦੇਨ ਪਇਓ ਨਾ ਉਠਾਵਤ ਸੀਸਾ। ਇੰਨਾ ਹੀ ਗਰੀਬੀ ਭਾਵ ਦੇ ਵਿੱਚ ਆ ਗਿਆ, ਸਤਿਗੁਰਾਂ ਦੇ ਚਰਨਾਂ ਤੇ ਠੱਠਾ ਹੋਇਆ, ਸਿਰ ਨਹੀਂ ਚੱਕਦਾ। ਕਰਤ ਬਿਨੈ ਤੁਮ ਹੋ ਜਗਦੀਸ਼ਾ। ਅਤੇ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਜਗਤ ਦੇ ਮਾਲਕ ਹੋ, ਪਰਮੇਸ਼ਵਰ ਹੋ, ਰੱਬ ਹੋ, ਖੁਦਾ ਹੋ। ਅਫਵਲ ਗੁਨ ਕਰੋ ਅਬ ਮੇਰਾ। ਇਸ ਵਾਸਤੇ ਸਭ ਤੋਂ ਪਹਿਲਾਂ ਤੇ ਮਹਾਰਾਜ ਜਿੰਨੇ ਮੈਂ ਪਾਪ ਕੀਤੇ, ਇੱਕ ਨਹੀਂ, ਮੇਰੇ ਸਰੀਰ ਤੇ ਰੋਮ ਵੀ ਨਹੀਂ, ਇੰਨੇ ਬਾਲ ਨਹੀਂ ਹਨ ਜਿੰਨੇ ਮੈਂ ਪਾਪ ਕੀਤੇ ਐ। ਪਹਿਲਾਂ ਤਾਂ ਮੇਰੇ ਪਾਪ ਸਾਰੇ ਮੁਆਫ ਕਰ ਦੇਵੋ, ਖਿਮਾ ਕਰ ਦੇਵੋ ਮੈਨੂੰ। ਹੋ ਸਾਹਿਬ ਮੈਂ ਰਾਵਰ ਚੇਰਾ। ਤੇ ਉਪਰੰਤ ਮਹਾਰਾਜ ਕਿਰਪਾ ਕਰੋ, ਮੈਨੂੰ ਆਪਣਾ ਚੇਲਾ ਬਣਾ ਲਓ, ਮੇਰੇ ਮਾਲਕ ਬਣ ਜਾਵੋ। ਸੱਚੇ ਪਾਤਸ਼ਾਹ ਮੇਰੀ ਬਾਂਹ ਫੜ ਲਵੋ, ਇੱਥੇ ਵੀ ਤੇ ਪਰਲੋਕ ਦੇ ਵਿੱਚ ਵੀ ਮੇਰੀ ਸਹਾਇਤਾ ਕਰਨੀ। ਹਾਂ ਅਧਮੰ ਤੋਂ ਅਦਮ ਉਦਾਹਰਨ। ਇਹ ਸੱਚੇ ਪਾਤਸ਼ਾਹ ਮੈਂ ਵੱਡਾ ਪਾਪੀ, ਤੇ ਤੁਸੀਂ ਮਹਾਰਾਜ ਪਾਪੀਆਂ ਨੂੰ ਖਿਮਾ ਕਰਨ ਵਾਲੇ, ਪਵਿੱਤਰ ਕਰਨ ਵਾਲੇ ਹੋ। ਭਾ ਅਵਤਾਰ ਜਗਤ ਕੋ ਤਾਰਨ। ਤੁਹਾਡਾ ਅਵਤਾਰ ਹੀ ਸੰਸਾਰ ਦੇ ਪਾਪੀਆਂ ਨੂੰ ਤਾਰਨ ਵਾਸਤੇ ਹੋਇਆ। ਆਪ ਛਪਾਏ ਮੁਝੇ ਵਡਿਆਏ। ਮਹਾਰਾਜ ਐਂ ਕਦੀ ਹੋ ਸਕਦਾ? ਆਪ ਆਪਣੇ ਆਪ ਨੂੰ ਤੁਸੀਂ ਛਿਪਾਇਆ ਹੋਇਆ, ਲੁਕੋਇਆ ਹੋਇਆ, ਤੇ ਮੇਰੇ ਵਰਗੇ ਪਾਪੀ ਨੂੰ ਵਡਿਆਈ ਦੇ ਰਹੇ ਹੋ ਵੀ ਹੱਥ ਪੈਰ ਇਹਨੇ ਦਿੱਤੇ ਸ਼ੌ ਸੁਹਾਗਣ ਨੇ। ਮਹਾਰਾਜ ਸਮਾਂ ਕਿਹੜਾ ਹੈ ਕਲਯੁਗ ਦਾ, ਨਿੱਕਾ ਜਿਹਾ ਕੋਈ ਕਿਸੇ ਦੇ ਛੋਟਾ ਜਿਹਾ ਪਰਉਪਕਾਰ ਕਰਦੇ, ਦੁਨੀਆ ਨੂੰ ਸੁਣਾਉਂਦਾ ਫਿਰੂ ਮੈਂ ਤੇ ਆਹ ਪਰਉਪਕਾਰ ਕੀਤਾ, ਮੈਂ ਇਹਦਾ ਅੜਿਆ ਥੜਿਆ ਕੰਮ ਪੂਰਾ ਕੀਤਾ, ਮੈਂ ਫਲਾਣੇ ਟਾਈਮ ਇਹਦੀ ਬਾਂਹ ਫੜੀ। ਮਹਾਰਾਜ ਪੈਰ ਵੀ ਤੁਸੀਂ ਇਹਨੂੰ ਦੇਤੇ, ਹੱਥ ਵੀ ਦੇਤੇ, ਲੋਕਾਂ ਵਿੱਚ ਮੇਰੀ ਚਰਚਾ ਸ਼ੁਰੂ ਕਰਵਾਤੀ ਵੀ ਇਹਨੇ ਕੀਤਾ। ਮਹਾਰਾਜ ਇਸ ਤੋਂ ਵੱਡਾ ਪਰਉਪਕਾਰ ਕੀ ਹੋ ਸਕਦਾ ਆਪ ਜੀ ਦਾ, ਜੋ ਮੇਰੇ ਵਰਗੇ ਪਾਪੀ ਨੂੰ ਵਡਿਆ ਰਹੇ ਹੋ ਦੁਨੀਆ ਦੇ ਵਿੱਚ। ਤੁਮ ਦੇਵਤ ਇਹ ਬਿਰਦ ਸਦਾਏ। ਇਹ ਸੱਚੇ ਪਾਤਸ਼ਾਹ ਤੁਹਾਡਾ ਬਿਰਦ ਹੈ, ਪਰਉਪਕਾਰ ਕਰਨਾ। ਗੁਰੂ ਕਹੈ ਐਸੇ ਅਬ ਜਾਨਹੁ। ਗਰੀਬ ਨਵਾਜ ਕਹਿਣ ਲੱਗੇ ਸ਼ੌ ਸੁਹਾਗਣ ਤੂੰ ਇਸ ਤਰ੍ਹਾਂ ਜਾਣਨਾ ਕਰ, ਸ਼ਾਹੋ ਰਵਿਆ ਸਭ ਮਾਹੇ ਪਛਾਨਹੁ। ਕਿ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਵਸਿਆ ਜਾਣਨਾ ਹੈ। ਐ ਨਹੀਂ ਕਹਿਣਾ ਵੀ ਮੈਂ ਵੱਡਾ ਹੈ, ਇਹ ਨੀਵਾਂ ਹੈ, ਮੈਂ ਰੱਬ ਹਾਂ ਤੇ ਇਹ ਸੂਰ ਹੈ, ਇਹ ਕੁੱਤਾ ਹੈ। ਹਰ ਚੀਜ਼ ਵਿੱਚ ਨਾਮਦੇਵ ਜੀ ਨੇ ਪਛਾਣਿਆ ਤੇ ਦੱਸਿਆ, ਰੋਟੀਆਂ ਚੁੱਕ ਕੇ ਲੈ ਗਿਆ ਕੁੱਤਾ, ਘਿਓ ਦਾ ਠੂਲਾ ਲੈ ਕੇ ਮਗਰ ਭੱਜੇ ਜਾਣ। ਓਏ ਰੱਬਾ ਸੁੱਖੀਆਂ ਹੀ ਖਾਏਗਾ, ਮੈਂ ਘਿਓ ਰੱਖਿਆ ਚੋਪੜ ਕੇ ਖਾਣ ਨੂੰ, ਤੂੰ ਰੁੱਖੀਆਂ ਖਾਏਗਾ। ਹਰ ਚੀਜ਼ ਵਿੱਚ ਪਰਮੇਸ਼ਵਰ ਨੂੰ ਜਾਣਨਾ, ਹਰ ਚੀਜ਼ ਵਿੱਚ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸਾਡਾ ਸਬਕ ਸਿੱਖ ਜੇ ਸਾਡਾ ਬਣਨਾ, ਹਰ ਵਸਤੂ ਦੇ ਵਿੱਚ ਪਰਮੇਸ਼ਵਰ ਨੂੰ ਜਾਣਨਾ। ਦੋਹਰਾ ਸਭ ਕੋ ਦਰਸ਼ਨ ਦੇਜੀਏ, ਸਭ ਕੋ ਦਰਸ਼ਨ ਲੇਹੋ। ਅੰਦਰੋਂ ਕੁੰਡੇ ਮਾਰ ਕੇ ਅੰਦਰ ਨਹੀਂ ਵੜ ਜਾਣਾ ਹੈ, ਸਾਰੀ ਸ੍ਰਿਸ਼ਟੀ ਦੇ ਦਰਸ਼ਨ ਕਰੋ, ਰੱਬ ਦੀ ਬਣਾਈ ਹੋਈ ਕਾਇਨਾਤ ਦੇ। ਤੇ
ਦੂਜਿਆਂ ਨੂੰ ਮਿਲੋ, ਦਰਸ਼ਨ ਦੇਵੋ, ਪ੍ਰਸੰਨ ਕਰੋ। ਸਦਾ ਬੰਦਗੀ ਕੀਜੀਏ ਮਨ ਖੁਦਾਏ ਮੈਂ ਦੇਹੋ। ਅਤੇ ਬੰਦਗੀ ਕਰਨੀ ਸਦਾ, ਮਨ ਜਿਹੜਾ ਹੈ ਰੱਬ ਦੇ ਨਾਲ ਜੋੜ ਕੇ ਰੱਖਣਾ ਹੈ। ਚਉਪਈ ਮਨ ਹਿਤ ਸੋ ਗੁਰ ਕੇ ਬੈਨਾ। ਬੜੇ ਪਿਆਰ ਦੇ ਵਿੱਚ ਆ ਕੇ ਇਹ ਜਿਹੜਾ ਸ਼ੌ ਸੁਹਾਗਣ ਫਕੀਰ ਸੀਗਾ, ਜਿਹੜਾ ਸਾਰਾ ਨਿਰਾਈ ਪਖੰਡ ਦੇ ਵਿੱਚ ਰਚਿਆ ਹੋਇਆ ਪਾਪ ਕਰਮ ਭੋਗਦਾ ਸੀ, ਐਸੀ ਗੁਰਾਂ ਨੇ ਕਿਰਪਾ ਕੀਤੀ, ਇਹਦਾ ਹਿਰਦਾ ਸ਼ੁੱਧ ਕਰ ਦਿੱਤਾ। ਔਰ ਸਤਿਗੁਰਾਂ ਦੇ ਬਚਨ ਇਹਨੇ ਬੁੱਧੀ ਦੇ ਪੱਲੇ ਦੇ ਨਾਲ ਗੰਢ ਦੇ ਲਈ ਘੁੱਟ ਕੇ। ਸੋ ਬਖਸ਼ਾਏ ਗਇਓ ਨਿਜ ਐਨਾ। ਇਸ ਤਰ੍ਹਾਂ ਮਹਾਰਾਜ ਤੋਂ ਆਪਣੇ ਗੁਨਾਹ ਬਖਸ਼ਾ ਕੇ ਆਪਣੇ ਘਰ ਨੂੰ, ਡੇਰੇ ਨੂੰ ਚਲਾ ਗਿਆ ਹੈ ਫਕੀਰ। ਪਇਓ ਮੁਰੇਦ ਗੁਰੂ ਕਾ ਸੋਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਮੁਰੀਦ ਬਣ ਗਿਆ, ਚੇਲਾ ਬਣ ਗਿਆ। ਨਗਰ ਬਿਖੈ ਮਨਤਾ ਪੁਨ ਹੋਏ। ਇਹਦੀ ਮਨਤਾ ਹੋਣੀ ਸ਼ੁਰੂ ਹੋ ਗਈ। ਪਹਿਲਾਂ ਤਾਂ ਕੁੱਟਿਆ ਪਿੰਡ ਵਾਲਿਆਂ ਨੇ, ਜਦ ਐਸੀ ਹਾਲਤ ਵਿੱਚ ਫੜਿਆ ਗਿਆ। ਅੱਜ ਜਦੋਂ ਉਹ ਟੁੰਡੇ ਨੂੰ ਤੇ ਲੂਲੇ ਨੂੰ ਪੈਰ ਤੇ ਹੱਥ ਪ੍ਰਾਪਤ ਹੋਏ ਦਿੱਤੇ ਤੇ ਗੁਰੂ ਨਾਨਕ ਪਾਤਸ਼ਾਹ ਨੇ, ਤੇ ਉਸ ਤੋਂ ਮਹਾਰਾਜ ਨੇ ਸਾਰੇ ਲੋਕਾਂ ਨੂੰ ਕਹਾਤਾ ਵੀ ਮੈਨੂੰ ਇਸ ਸ਼ੌ ਸੁਹਾਗਣ ਨੇ ਇਹ ਸਾਰਾ ਕਾਰਜ ਕੀਤਾ। ਸਭ ਲੋਕਾਂ ਦੇ ਵਿੱਚ ਮੰਨਤਾ ਸ਼ੁਰੂ ਹੋ ਗਈ ਸੌ ਸੁਹਾਗਣ ਦੀ। ਲੂਲਾ ਕਹਿਤ ਪਇਓ ਸਭ ਥਾਏ। ਕਿਉਂਕਿ ਲੂਲਾ ਤੇ ਪਿੰਗਲਾ ਸਭ ਦੁਨੀਆ ਦੇ ਵਿੱਚ ਰੌਲਾ ਪਾਉਂਦਾ ਫਿਰਦਾ, ਮੈਨੂੰ ਸ਼ੌ ਸੁਹਾਗਣ ਨੇ ਤਾਰਤਾ, ਮੈਨੂੰ ਹੱਥ ਦੇ ਤੇ ਮੈਨੂੰ ਪੈਰ ਦੇ ਦਿੱਤੇ ਹਨ। ਸ਼ਾਹ ਸੁਹਾਗਣ ਤੇ ਪਗ ਪਾਏ। ਕਿ ਸ਼ੌ ਸੁਹਾਗਣ ਨੇ ਪੈਰ ਦਿੱਤੇ, ਹੱਥ ਦਿੱਤੇ ਐ। ਸਰਬ ਲੋਕ ਤਬ ਨਿਸ਼ਚਾ ਕੀਨੋ। ਜਿੰਨੇ ਵੀ ਲੋਕ ਸੀਗੇ ਲਾਗੇ ਲਾਗੇ ਦੇ ਪਿੰਡਾਂ ਦੇ, ਉਹਦੇ ਆਪ ਦੇ ਪਿੰਡ ਦੇ, ਸਭ ਨੂੰ ਇਹ ਭਰੋਸਾ ਹੋ ਗਿਆ। ਸ਼ਾਹ ਆਵਤ ਇਸ ਟੈਗ ਮਨ ਚੇਨੋ। ਇਹ ਵਾਕਿਆ ਹੀ ਬਈ ਇਹ ਜਿਹੜਾ ਸ਼ੌ ਸੁਹਾਗਣ ਫਕੀਰ ਹੈ ਨਾ, ਇਹਦੇ ਪਾਸ ਸ਼ੌ ਰੱਬ ਆਉਂਦਾ, ਇਹਨੂੰ ਦਰਸ਼ਨ ਦਿੰਦਾ ਹੈ। ਪੁਨ ਝੰਡੇ ਰਾਖੇ ਨਿਜ ਥਾਨਾ। ਇਹ ਜਿਹੜਾ ਸ਼ੌ ਸੁਹਾਗਣ ਸੀ ਉਹਨੇ ਆਪਣਾ ਡੇਰਾ ਕਾਇਮ ਕਰ ਲਿਆ, ਝੰਡੇ ਗੱਡ ਦਿੱਤੇ। ਨੌਬਤ ਬਾਜਨ ਲਗੇ ਨਿਸ਼ਾਨਾ। ਜਿਵੇਂ ਵੱਡੇ ਵੱਡੇ ਪੀਰਾਂ ਫਕੀਰਾਂ ਦੇ ਦਰ ਤੇ ਨੌਬਤ ਵੱਜਦੀ ਹੈ, ਇੱਥੇ ਵੀ ਸੰਗਤ ਜੀ ਪੂਰੀ ਦੁਨੀਆ ਵਿੱਚ ਕੋਈ ਸਥਾਨ ਸ਼ਾਇਦ ਕੋ ਹੋਵੇ ਤੇ ਮੈਂ ਕਹਿ ਵੀ ਨਹੀਂ ਸਕਦਾ, ਪਰ ਮੇਰੀ ਜਾਣਕਾਰੀ ਮੁਤਾਬਕ ਧੰਨ ਕਲਗੀਧਰ ਪਿਤਾ ਦੇ ਦਰ ਤੇ ਅੱਜ ਵੀ ਨੌਬਤ ਵੱਜਦੀ ਹੈ। ਅੰਮ੍ਰਿਤ ਵੇਲੇ ਜਦ ਸਤਿਗੁਰਾਂ ਦੇ ਕਵਾੜ ਖੁੱਲ੍ਹਦੇ ਆ ਤੇ ਨੌਬਤ ਵਜਾਉਣ ਵਾਲਾ ਬੜੇ ਸੁਰ ਤਾਲ ਦੇ ਵਿੱਚ ਨੌਬਤ ਵਜਾਉਂਦਾ। ਅੱਜ ਵੀ ਗੁਰੂ ਦੇ ਦਰ ਤੇ ਨੌਬਤ ਵੱਜਦੀ, ਜਾਂ ਰਾਜੇ ਮਹਾਰਾਜਿਆਂ ਦੇ ਵੱਜਦੀ ਸੀ। ਤੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਰਾਜਾਨ ਰਾਜ ਹਨ, ਭਾਨਾਨ ਭਾਨ ਹਨ, ਦੇਵਾਨ ਦੇਵ ਹਨ, ਜਿਨ੍ਹਾਂ ਦੀ ਉਪਮਾ ਇੰਨੀ ਮਹਾਨ ਆ, ਸਾਡੇ ਵਰਗੇ ਕਰੋੜਾਂ ਹੀ ਕੀੜੇ ਇਕੱਠੇ ਹੋ ਕੇ ਕਹੀ ਜਾਣ ਤੇ ਪੂਰੀ ਨਹੀਂ ਕਰ ਸਕਦੇ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਨੌਬਤ ਸਦਾ ਹੀ ਵੱਜਦੀ ਹੈ, ਧੁਰ ਤੋਂ ਵੱਜਦੀ ਹੈ ਤੇ ਵੱਜਦੀ ਰਹੂਗੀ। ਇਸੀ ਪ੍ਰਕਾਰ ਇਹ ਜਿਹੜਾ ਫਕੀਰ ਸੀ ਸ਼ੌ ਸੁਹਾਗਣ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਐਸੀ ਬਖਸ਼ਿਸ਼ ਕੀਤੀ, ਉਜੜੇ ਹੋਏ ਨੂੰ ਹਰਿਆ ਭਰਿਆ ਕਰ ਦਿੱਤਾ। ਇਹਦੇ ਡੇਰੇ ਝੰਡੇ ਝੁੱਲਣ ਲੱਗੇ, ਨੌਬਤਾਂ ਵੱਜਣ ਲੱਗੀਆਂ। ਲਗਨੇ ਲਗਿਓ ਬੜੋ ਤਹ ਮੇਲਾ। ਤੇ ਵੱਡਾ ਮੇਲਾ ਜਿਵੇਂ ਪਹਿਲਾਂ ਲੱਗਦਾ ਸੀ ਪਖੰਡ ਜ਼ਾਹਰ ਹੋਣ ਤੋਂ, ਇਵੇਂ ਹੀ ਮੇਲਾ ਲੱਗਣ ਲੱਗਾ ਸ਼ੌ ਸੁਹਾਗਣ ਦੇ ਡੇਰੇ ਤੇ। ਚਾਹੋ ਦੇਸ਼ ਤੇ ਤਬ ਹੋਏ ਸਕੇਲਾ। ਚਾਰ ਚਫੇਰੇ ਤੋਂ ਲੋਕ ਇਕੱਠੇ ਹੋ ਕੇ ਆਉਂਦੇ ਹਨ। ਦੋਹਰਾ ਲੋਕ ਪਰਸ ਪਰ ਸਭ ਕਹੈ ਭੂਲੇ ਨਿੰਦ ਉਚਾਰ। ਜਿੰਨੇ ਵੀ ਲੋਕ ਹੈ ਉਹ ਕਹਿੰਦੇ ਵੀ ਵੱਡੀ ਭਾਰੀ ਗਲਤੀ ਹੋਈ, ਅਸੀਂ ਤਾਂ ਭੁੱਲ ਵਿੱਚ ਹੀ ਪੈ ਰਹੇ। ਇਹ ਸ਼ੌ ਸੁਹਾਗਣ ਤੇ ਸੱਚਾ ਫਕੀਰ ਹੈ, ਅਸੀਂ ਐਵੇਂ ਹੀ ਇਹਦੀ ਨਿੰਦਿਆ ਕਰਦੇ ਰਹੇ। ਪੂਰਨ ਹੈ ਇਹ ਸੰਤ ਸ਼ੁਭ ਸ਼ੌ ਆਵੇ ਜਿਸ ਦੁਆਰ। ਭਈ ਇਹ ਪੂਰਨ ਪੁਰਖ ਹੈ, ਪੂਰਨ ਸੰਤ ਹੈ, ਵਾਕਿਆ ਹੀ ਖੁਦਾਬੰਦ ਇਹਦੇ ਪਾਸ ਆਉਂਦਾ, ਇਹਨੂੰ ਮਿਲਦਾ ਹੈ। ਚਾਉ ਪਏ ਜਿਹ ਕੇ ਬਾਰ ਲੂਲੇ ਪਗ ਪਾਏ। ਜੇ ਖੁਦਾ ਆਉਂਦਾ ਹੈ ਤਾਂ ਹੀ ਇਹਦੇ ਬਚਨ ਪੂਰੇ ਹੁੰਦੇ, ਜਿਸ ਕਾਰਨ ਕਰਕੇ ਜਿਹਦੇ ਪੈਰ ਨਹੀਂ ਸੀ, ਹੱਥ ਨਹੀਂ ਸੀ, ਉਹਨੂੰ ਹੱਥ ਪੈਰਾਂ ਦੀ ਪ੍ਰਾਪਤੀ ਹੋ ਗਈ ਹੈ। ਇਸ ਬੇਦ ਕਹੇ ਬਹੁ ਭੇਟ ਚੜਾਏ। ਤੇ ਇਸ ਤਰ੍ਹਾਂ ਦੁਨੀਆ ਵਾਲੇ ਅਨੇਕਾਂ ਹੀ ਵਸਤੂਆਂ ਲਿਆਉਂਦੇ, ਸਰਦਾ ਭਾਵਨਾ ਦੇ ਨਾਲ ਚੜਾਵਾ ਚੜਾਉਣ ਲੱਗੇ। ਦੂਰ ਦੂਰ ਤੇ ਨਰ ਤਹ ਆਏ। ਬੜੇ ਦੂਰ ਦੂਰ ਤੱਕ ਇਹ ਖਬਰ ਫੈਲ ਗਈ ਕਿ ਸ਼ੌ ਸੁਹਾਗਣ ਦੇ ਕੋਲ ਖੁਦਾ ਆਉਂਦਾ ਹੈ, ਤੇ ਉੱਥੋਂ ਲੋਕ ਚੱਲ ਕੇ ਆਉਂਦੇ ਇਹਨੇ ਦਰਸ਼ਨ ਕਰਨ ਵਾਸਤੇ।
ਮਨ ਹੈ ਅਗਰਜ ਤੇ ਅਧਿਕਾਏ ਪਹਿਲਾਂ ਨਾਲੋਂ ਵੀ ਜ਼ਿਆਦਾ ਇਸ ਸ਼ੌ ਸੁਹਾਗਣ ਦੀ ਮਾਨਤਾ ਹੋ ਗਈ, ਕਰਵਾਈ ਹੋਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ। ਸ਼੍ਰੀ ਗੁਰੂ ਨਾਮ ਜਪਤ ਭਾ ਸੋਏ ਇਹ ਦਿਨੇ ਰਾਤ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਰਹਿੰਦਾ ਹੈ, ਉਹਨਾਂ ਦਾ ਹੀ ਨਾਮ ਜਪਦਾ ਰਹਿੰਦਾ ਹੈ। ਜਾਂ ਤੇ ਪੂਜਾ ਬਹੁ ਜਾਗ ਹੋਏ ਇਸ ਵਾਸਤੇ ਸੰਗਤ ਜੀ ਇਹਦੀ ਪੂਜਾ ਹੋ ਰਹੀ ਹੈ। ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਪੂਜਾ ਕੀਤੀ, ਪੂਰੇ ਸੰਸਾਰ ਨੇ ਉਹਨਾਂ ਨੂੰ ਮੰਨਿਆ। ਇਹ ਸ਼ੌ ਸੁਹਾਗਣ ਨੇ ਹਿਰਦੇ ਕਰਕੇ ਮਹਾਰਾਜ ਦਾ ਸਤਿਕਾਰ ਕੀਤਾ, ਪਿਆਰ ਕੀਤਾ, ਖਿਮਾ ਮੰਗੀ। ਸਰੀਰ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਮਨ ਕਰਕੇ ਗੁਰਾਂ ਦੇ ਚਰਨਾਂ ਦਾ ਭੌਰਾ ਹੋ ਗਿਆ। ਦਿਨੇ ਰਾਤ ਗੁਰਾਂ ਨੂੰ ਯਾਦ ਕਰਦਾ ਰਹਿੰਦਾ। ਇਸ ਵਾਸਤੇ ਦੂਰ ਦਰਾਡੇ ਤੋਂ ਲੋਕ ਆਉਂਦੇ ਦੀ ਮੰਨਤਾ ਪੂਜਾ ਕਰਦੇ ਹਨ। ਆਪਨੋ ਪੰਥ ਕਿਓ ਇਕ ਤਾਹੇ ਇਸ ਵਾਸਤੇ ਇਹ ਜਿਹੜਾ ਸ਼ੌ ਸੁਹਾਗਣ ਸੀ, ਇਹਨੇ ਆਪਣਾ ਇੱਕ ਨਿਰਾਲਾ ਪੰਥ ਸ਼ੁਰੂ ਕਰ ਲਿਆ। ਬਾਂਧਤ ਜੇ ਘੁੰਗਰੂ ਪਗ ਮਾਹੇ ਉਹ ਕੀ ਕੀਤਾ ਭਾਈ, ਰੱਬ ਨੂੰ ਖੁਸ਼ ਕਰਨ ਵਾਸਤੇ, ਪ੍ਰਸੰਨ ਕਰਨ ਵਾਸਤੇ ਇਹਨੇ ਨੱਚਣਾ ਸ਼ੁਰੂ ਕਰ ਲਿਆ, ਪੈਰਾਂ ਨੂੰ ਘੁੰਗਰੂ ਬੰਨ੍ਹ ਕੇ। ਗਰ ਮਹਿ ਮੋਰੀ ਪਾਵਹਿ ਸੋਏ ਅਤੇ ਗਲ ਦੇ ਵਿੱਚ ਮੌਲੀ ਪਾ ਲੈਂਦਾ ਹੈਗਾ, ਪੈਰਾਂ ਵਿੱਚ ਘੁੰਗਰੂ ਬੰਨ੍ਹ ਲੈਂਦਾ। ਫਿਰ ਅੱਗੇ ਇਹਦੇ ਚੇਲੇ ਜਿਹੜੇ ਹਨ ਉਹ ਵੀ ਇਸ ਤਰ੍ਹਾਂ ਹੀ, ਜਦ ਇਹ ਕਹਿੰਦਾ ਮੇਰਾ ਸ਼ੌ ਆਇਆ ਹੈ ਤੇ ਉਹਦੇ ਆਉਣ ਦੀ ਖੁਸ਼ੀ ਵਿੱਚ ਇਹ ਸਾਰਾ ਕਰਮ ਕਰਨਾ ਹੈ। ਫਿਰ ਇਹਦੇ ਚੇਲੇ ਤੇ ਮਿਲ ਕੇ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਗਲ ਵਿੱਚ ਮੌਲੀਆਂ ਪਾ ਕੇ ਨੱਚਦੇ ਹਨ। ਵੇਖ ਚਲਿਓ ਜਾਗ ਪ੍ਰਗਟ ਹੋਏ ਇਸ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਇਹ ਸ਼ੌ ਸੁਹਾਗਣ ਦਾ ਇਹ ਭੇਖ ਉਸ ਸਮੇਂ ਤੋਂ ਚੱਲਿਆ। ਇਸ ਬਿਦ ਕੀਨ ਕਰਤਾਰਥ ਤਾਹੇ ਐਉਂ ਸੱਚੇ ਪਾਤਸ਼ਾਹ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਜੀ ਨੇ ਇਹ ਸ਼ੌ ਸੁਹਾਗਣ ਨੂੰ ਨਿਹਾਲ ਕੀਤਾ। ਪਹਿਲਾਂ ਤਾਂ ਉਹਦਾ ਪਾਜ ਉਘੇੜਿਆ ਹੈ, ਫਿਰ ਸਤਿਗੁਰਾਂ ਨੇ ਸੱਚ ਦੇ ਰਸਤੇ ਤੇ ਪਾਇਆ। ਨਾਮ ਪਤਿਤ ਪਾਵਨ ਹੈ ਜਾਹੇ ਇਸੇ ਵਾਸਤੇ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸਾਰੀ ਸ੍ਰਿਸ਼ਟੀ ਦੇ ਲੋਕ ਤਿੰਨਾਂ ਲੋਕਾਂ ਵਿੱਚ ਪਤਿਤ ਪਾਵਨ ਕਹਿੰਦੇ ਆ। ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਹਨ ਗੁਰੂ ਨਾਨਕ ਪਾਤਸ਼ਾਹ। ਅਥਵਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣ ਦੇ ਨਾਲ ਪਾਪੀ ਜੀਵਾਂ ਦਾ ਉਧਾਰ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦੇ ਹਨ ਨਾਮ ਲੈਣ ਸੇ। ਦੋਹਰਾ ਸ਼੍ਰੀ ਗੁਰੂ ਨਾਨਕ ਤੇ ਬਿਨਾ ਕਰੈ ਕੌਣ ਅਸ ਕਾਜ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਿਨਾ ਇਹ ਜੇ ਕਾਰਜ ਕੋਈ ਕਰ ਨਹੀਂ ਸਕਦਾ। ਦੁਨੀਆ ਦੇ ਈਰਖਾ ਦੀ ਮਾਰੀ ਹੋਈ ਹੈ, ਅੰਨੇ ਹੋਏ ਈਰਖਾ ਦੇ ਵਿੱਚ ਥੋੜ੍ਹਾ ਜਿਹਾ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰਦਾ, ਕਹਿੰਦੇ ਇਹਨੂੰ ਫੜ ਕੇ ਥੱਲੇ ਸੱਟ ਲਈਏ, ਸਾਡੇ ਭਾਵੇਂ ਚਮੜੀ ਸਾਰੀ ਸਰੀਰ ਦੀ ਉੱਧੜ ਜੇ, ਪਰ ਇਹਦਾ ਪੈਰ ਅੱਗੇ ਨਹੀਂ ਅਸੀਂ ਹੋਣ ਦੇਣਾ। ਇਹ ਜਿਹਾ ਸੁਭਾਅ ਲੋਕਾਂ ਦਾ ਬਣਿਆ ਕਲਯੁਗ ਦਾ। ਜਿਵੇਂ ਸਣ ਦਾ ਸੁਭਾਅ ਹੁੰਦਾ ਹੈਗਾ, ਜੱਟ ਸਣ ਬੀਜਦਾ ਹੈਗਾ ਪਹਿਲਾਂ ਤੇ ਧਰਤੀ ਦੇ ਵਿੱਚ, ਫਿਰ ਉਹਦਾ ਪੰਗਾਰਾ ਨਿਕਲਦਾ, ਫਿਰ ਉਹਦੀ ਵੱਡੀ ਤੀਲੀ ਹੁੰਦੀ ਹੈ, ਫਿਰ ਉਹਨੂੰ ਵੱਢ ਕੇ ਗੰਦੇ ਪਾਣੀ ਦੇ ਵਿੱਚ ਮੂੰਹੇ ਬੰਨ੍ਹ ਕੇ ਤੇ ਜ਼ਿਮੀਂਦਾਰ ਉਹਨੂੰ ਸਿੱਟ ਦਿੰਦਾ। ਕਈ ਚਿਰ ਗੰਦੇ ਸੜੇ ਪਾਣੀ ਦੇ ਵਿੱਚ ਉਹ ਪਈ ਰਹਿੰਦੀ ਹੈ, ਫਿਰ ਉਹਨੂੰ ਬਾਹਰ ਕੱਢ ਕੇ ਸੁਕਾਇਆ ਜਾਂਦਾ ਚੰਗੇ ਪਾਣੀ ਨਾਲ ਧੋ ਕੇ। ਫਿਰ ਉਹਦੀਆਂ ਤੀਲੀਆਂ ਤੋੜ ਕੇ ਸਣ ਦੀ ਛਿੱਲ ਲਾਈ ਜਾਂਦੀ ਉੱਪਰੋਂ, ਤੇ ਫਿਰ ਉਹ ਜਿਹੜੀ ਛਿੱਲ ਹੈ ਉਹਦੀ ਰੱਸੀ ਵੱਟੀ ਜਾਂਦੀ ਹੈ, ਤੇ ਰੱਸੀ ਪਹਿਲਾਂ ਕਾਹਰੀ ਵੱਟ ਕੇ ਫਿਰ ਦੁੱਲੜੀ ਕਰਕੇ ਫਿਰ ਉਹਨੂੰ ਕਈ ਲੱਸੀ ਵਿੱਚ ਭਿਉਂਦੇ, ਕਈ ਸੋਢਿਆ ਤੱਤਾ ਪਾ ਕੇ ਫਿਰ ਉਹਨੂੰ ਕੁੱਟਦੇ ਬੜੇ ਜ਼ੋਰ ਦੀ ਵੀ ਇਹਦੇ ਵਿੱਚ ਮੈਲ ਨਾ ਰਹਿ ਜਾਵੇ, ਰੱਸਾ ਚਿੱਟਾ ਨਿਕਲ ਆਵੇ। ਕੁੱਟ ਕੇ ਫਿਰ ਵੱਟ ਚੜਾਉਂਦੇ, ਕਈ ਤਿੱਲੜੀ, ਕਈ ਕਿੰਨੇ ਮੇਲ ਕਰਕੇ ਮੋਟੇ ਰੱਸੇ ਲੱਜਾਂ ਬਣਾਉਂਦੇ ਆਦਿ। ਕਿੰਨਾ ਦੁੱਖ ਸਹਾਰਦੀ। ਫਿਰ ਕਿੱਥੇ ਜਾ ਕੇ ਕਿਸੇ ਦੇ ਪੈਰ ਦਾ ਪੈਂਖੜ ਬਣਦੀ ਉਹ ਸਣ, ਕਿਸੇ ਦੇ ਗਲ ਦਾ ਜਾ ਕੇ ਫਾਹ ਬਣਦੀ, ਆਪਣੇ ਆਪ ਨੂੰ ਦੁੱਖ ਸਹਾਰ ਕੇ। ਐਵੇਂ ਕਲਯੁਗ ਦੀ ਮਰਜ਼ਾਦਾ ਹੈ। ਦੁਨੀਆ ਵਾਲਿਆਂ ਨੂੰ ਕਿੰਨਾ ਵੀ ਦੁੱਖ ਝੱਲਣਾ ਪਵੇ ਪਰ ਨਾਲ ਦੇ ਨੂੰ ਸੁਖੀ ਨਹੀਂ ਰਹਿਣ ਦੇਣਾ। ਇਹ ਇਹਨਾਂ ਦਾ ਸੁਭਾਅ ਬਣ ਚੁੱਕਾ ਹੈ ਮਨਮੁਖ ਲੋਕਾਂ ਦਾ। ਗੁਰਮੁਖਾਂ ਦਾ ਵਚਨ ਨਹੀਂ ਹੈ, ਮਨਮੁਖਾਂ ਦਾ ਵਚਨ ਹੈ। ਕਿਸੇ ਦਾ ਭਲਾ ਕਰਕੇ ਰਾਜੀ ਨਹੀਂ, ਆਪਣੇ ਆਪ ਨੂੰ ਭਾਵੇਂ ਕਿੰਨਾ ਵੀ ਕਸ਼ਟ ਕਿਉਂ ਨਾ ਝੱਲਣਾ ਪਵੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਸੰਗਤ ਜੀ ਕੋਈ ਇਹੋ ਜਿਹੇ ਪਰਉਪਕਾਰ ਨਹੀਂ ਕਰਦਾ, ਨਾ ਹੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਤੋਂ ਬਿਨਾਂ ਕੋਈ ਪਰਉਪਕਾਰ ਕਰਦਾ। ਦੁਨੀਆ ਵਾਲੇ ਤਾਂ ਮਾਰ ਕੇ ਖੁਸ਼ ਰਹਿੰਦੇ ਆ, ਸੁੱਟ ਕੇ ਖੁਸ਼ ਰਹਿੰਦੇ, ਜਲੀਲ ਕਰਕੇ ਖੁਸ਼ ਰਹਿੰਦੇ ਹਨ। ਤਾਰੇ ਨਰ ਕਲ ਕਾਲ ਮੈਂ ਬੜੋ ਗਰੀਬ ਨਵਾਜ ਐਸੇ ਗਰੀਬ ਨਵਾਜ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਕਲਯੁਗ ਦੇ ਵਿੱਚ ਕਿੰਨੇ ਹੀ ਜੀਵਾਂ ਨੂੰ ਤਾਰਿਆ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ, ਅਣਗਿਣਤ ਹਨ। ਛਾਉ ਪਈ ਤਹ ਤੇ ਗਮਨੇ ਗੁਰੂ ਅਗਾਰੇ। ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਸ਼ੌ ਸੁਹਾਗਣ ਨੂੰ ਤਾਰ ਕੇ
ਉਸ ਤੋਂ ਅੱਗੇ ਚੱਲ ਪਏ। ਨਰਨ ਉਧਾਰਨ ਪਰ ਉਪਕਾਰੇ। ਗਰੀਬਾਂ ਨੂੰ ਉਤਾਰਨਾ, ਉਧਾਰਨਾ, ਜੀਵਾਂ ਦਾ ਭਲਾ ਕਰਨਾ, ਇਹ ਮਹਾਰਾਜ ਦੇ ਕਾਰਜ ਹਨ। ਇੱਕ ਅਦੁੱਤੀ ਮਿਸਾਲ ਹੈ ਸਾਧ ਸੰਗਤ ਜੀ। ਸੰਸਾਰ ਦੇ ਵਿੱਚ ਕੋਈ ਹਸਪਤਾਲ ਇਹੋ ਜਿਹਾ ਨਹੀਂ ਜਿਹਨੂੰ ਪਹੀਏ ਲੱਗੇ ਹੋਣ ਤੇ ਮਰੀਜ਼ਾਂ ਦੇ ਪਾਸ ਤੁਰਿਆ ਫਿਰੇ। ਸ੍ਰੀ ਗੁਰੂ ਨਾਨਕ ਪਾਤਸ਼ਾਹ ਉਹ ਹਸਪਤਾਲ ਜਿਹੜੇ ਮਰੀਜ਼ਾਂ ਕੋਲ ਜਾ ਕੇ ਉਹਨਾਂ ਦਾ ਇਲਾਜ ਕਰਦੇ। ਕਿਸੇ ਦੇ ਹਿਰਦੇ ਨੂੰ ਬਿਮਾਰੀ ਲੱਗੀ ਹੋਈ ਆ, ਕਿਸੇ ਦੀ ਬੁੱਧੀ ਭ੍ਰਿਸ਼ਟ ਹੋਈ, ਬੁੱਧੀ ਨੂੰ ਬਿਮਾਰੀ ਲੱਗੀ ਹੋਈ ਆ, ਕਿਸੇ ਦਾ ਤਨ ਨੂੰ ਬਿਮਾਰੀ ਲੱਗੀ ਹੋਈ, ਕਿਸੇ ਨੂੰ ਕੋਹੜ ਹੋਇਆ, ਕਿਸੇ ਦੇ ਹੱਥ ਪੈਰ ਵੱਢੇ ਹੋਏ ਆ, ਕਿਸੇ ਨੂੰ ਭਗੰਦਰੀ ਫੋੜੇ ਹੋਏ, ਕਿਸੇ ਨੂੰ ਕੈਂਸਰਾਂ ਹੋਈਆਂ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰਿਆਂ ਤੋਂ ਵੱਡਾ ਰੋਗ ਹਉਮੈ ਦਾ ਜਿਹੜਾ ਮਨੁੱਖ ਨੂੰ ਮਿਲਿਆ ਹੋਇਆ, ਹਉਮੈ ਵਾਲਿਆਂ ਦੀ ਹਉਮੈ ਦੂਰ ਕਰਦੇ, ਬਲੀ ਕੰਧਾਰੀ ਵਰਗਿਆਂ ਦੀ। ਕਿੰਨਿਆਂ ਨੂੰ ਕੋਈ 2 4 10 20 100 50 ਹੋਣ ਤੇ ਗਿਣਤੀ ਕੀਤੀ ਜਾਵੇ, ਬਾਬੇ ਨਾਨਕ ਦੇ ਤਾਰਿਆਂ ਨੂੰ ਕੋਈ ਗਿਣ ਹੀ ਨਹੀਂ ਸਕਦਾ। ਐਸੇ ਸੱਚੇ ਪਾਤਸ਼ਾਹ ਮਹਾਰਾਜ ਜੀਵਾਂ ਨੂੰ ਤਾਰ ਰਹੇ ਹਨ। ਜੈ ਹੈ ਟੇਲਾ ਹੈ ਬਾਲ ਗੁੰਦਾਏ। ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਚਲਦੇ ਚਲਦੇ ਬਾਲ ਗੁੰਦਾਈ ਦੇ ਟਿੱਲੇ ਤੇ ਪਹੁੰਚ ਗਏ। ਜੋਗੇ ਬਹੁਤ ਰਹਿਤ ਤਿਹ ਥਾਏ। ਇਹ ਬਾਲ ਗੁੰਦਾਈ ਦੇ ਡੇਰੇ ਦੇ ਜੋਗੀ ਬਹੁਤ ਲੋਕ ਰਹਿੰਦੇ ਹਨ। ਦੋਹਰਾ ਬਾਲ ਗੁੰਦਾਈ ਸਦਨ ਮਹਿ ਬਾਜ ਸਾਲ ਮਹਿ ਬਾਜ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਬਾਲ ਗੁੰਦਾਈ ਹੈ ਨਾ, ਫਕੀਰ ਹੈ, ਜੋਗੀ ਹੈ, ਤੇ ਬੜੀ ਨਿਰੰਕਾਰ ਦੀ ਇਹਦੇ ਤੇ ਕਿਰਪਾ ਹੈ। ਇਹਦੇ ਘੋੜਸਾਲ ਦੇ ਵਿੱਚ ਬਹੁਤ ਘੋੜੇ ਹਨ, ਚੰਗੇ ਚੰਗੇ ਕੀਮਤੀ, ਤੇ ਇਸ ਤਰ੍ਹਾਂ ਦਾ ਸਮਾਨ ਇਹਦੇ ਪਾਸ ਬਹੁਤ ਹੈ। ਇੱਕ ਖਜ਼ਾਨਾ ਚੀਰ ਕੋ ਪਰ ਉਪਕਾਰ ਕੇ ਕਾਜ। ਇੱਕ ਵੱਡਾ ਭਾਰੀ ਜਿਹੜਾ ਖਜ਼ਾਨਾ ਇਹਦੇ ਪਾਸ ਭਰਿਆ ਹੋਇਆ ਕੱਪੜਿਆਂ ਦਾ। ਇਹ ਕੱਪੜੇ ਤੇ ਘੋੜੇ ਇਸ ਨੇ ਪਰਉਪਕਾਰ ਵਾਸਤੇ ਰੱਖੇ ਹੋਏ, ਲੋਕਾਂ ਦੇ ਭਲੇ ਵਾਸਤੇ। ਚਉਪਈ ਉਤਮ ਭੋਜਨ ਸੋ ਬਨਵਾਵਹਿ। ਬਹੁਤ ਸੋਹਣਾ ਸੁੰਦਰ ਲੰਗਰ ਤਿਆਰ ਕਰਵਾਉਂਦਾ ਹੈ ਬਾਲ ਗੁਦਾਈ। ਜੋ ਤਹ ਜਾਏ ਸਭਨ ਕੋ ਖਵਾਵਹਿ। ਜਿਹੜਾ ਵੀ ਬਾਲ ਗੁਦਾਈ ਦੇ ਡੇਰੇ ਜਾਂਦਾ ਹੈਗਾ, ਸੋਹਣਾ ਭੋਜਨ ਉਸ ਨੂੰ ਛਕਾਉਂਦਾ ਹੈ। ਬੰਗਾਰ ਮੰਦਰ ਮਹਿ ਬਿਸਰਾਮਾ। ਅਤੇ ਬੜੇ ਬੜੇ ਸੋਹਣੇ ਸੁੰਦਰ ਮਕਾਨ, ਕਮਰੇ ਬਣਾਏ ਹੋਏ ਹੈ। ਕੋਈ ਵੀ ਜਾਵੇ ਰਾਹੀ ਪਾਤੀ, ਲੰਗਰ ਛਕਾ ਕੇ ਫਿਰ ਸੋਹਣਾ ਕਮਰੇ ਦੇ ਵਿੱਚ ਉਹਨੂੰ ਵਿਸਰਾਮ ਕਰਾਉਣ ਵਾਸਤੇ ਉਹ ਕਮਰਾ ਦੇ ਦਿੰਦੇ, ਵੀ ਲਓ ਭਾਈ ਇਹਦੇ ਵਿੱਚ ਤੁਸੀਂ ਆਰਾਮ ਕਰੋ। ਨਗਨ ਦੇਖ ਪਟ ਦੇ ਅਬਿਰਾਮਾ। ਜੇ ਕਿਸੇ ਦੇ ਕੱਪੜੇ ਮਾੜੇ ਆ, ਫਟੇ ਹੋਏ ਆ, ਤੇ ਉਹ ਜਿਹੜਾ ਕੱਪੜਿਆਂ ਦਾ ਇਹਨੇ ਲਾਇਆ ਹੋਇਆ ਵੱਡਾ ਭਾਰੀ ਢੇਰ ਖਜ਼ਾਨਾ ਜਮ੍ਹਾਂ ਕੀਤਾ ਹੈ, ਉਹਦੇ ਵਿੱਚੋਂ ਕੱਪੜੇ ਕੱਢ ਕੇ ਉਹ ਬਿਨਾਂ ਬਸਤਰ ਵਾਲੇ ਨੂੰ ਬਸਤਰ ਦਿੰਦਾ ਹੈ। ਪੰਥ ਚਾਲਤ ਸ਼ਰਾਮ ਜੋ ਹੋਏ ਜਾਵਹਿ। ਉਹ ਸਮੇਂ ਇਹ ਜੇ ਗਰੀਬੀ ਭਾਵ ਦੇ ਸਮੇਂ ਲੋਕਾਂ ਦੇ ਪਾਸ ਸਾਧਨ ਬਹੁਤ ਸੀਮਤ, ਅਮੀਰ ਲੋਕਾਂ ਦੇ ਪਾਸ ਗੱਡੀਆਂ, ਗੜਵੈਲਾਂ ਆਦਿਕ ਹੁੰਦੀਆਂ। ਫਿਰ ਉਸ ਤੋਂ ਥੋੜ੍ਹੇ ਜਿਹੇ ਨਰਮ ਲੋਕ, ਘੋੜੀਆਂ ਹੋਣੀਆਂ, ਤੇ ਜਿਹੜੇ ਆਮ ਲੋਕ ਉਹ ਗਰੀਬ ਪੈਦਲ ਹੀ ਜਾਇਆ ਕਰਦੇ। ਤੇ ਜੇ ਪੈਦਲ ਜਾਂਦਾ ਕੋਈ ਥੱਕ ਜਾਂਦਾ, ਤੇ ਇਹ ਬਾਲ ਗੁਦਾਈ ਘੋੜਾ ਤਿਆਰ ਕਰਕੇ ਉਹਨੂੰ ਦਿੰਦਾ, ਵੀ ਲੈ ਵੀ ਆ ਘੋੜਾ ਲੈ ਜਾ, ਚੜ੍ਹ ਕੇ ਚਲੇ ਜਾਵੀਂ। ਭੇਜ ਤੁਰੰਗ ਤਾਹੇ ਚੜਵਾਵਹਿ। ਅਤੇ ਉਹਨੂੰ ਚੜ੍ਹਾ ਕੇ ਉਹਦੀ ਮੰਜ਼ਿਲ ਤੱਕ ਪਹੁੰਚਵਾ ਦਿੰਦਾ ਜਿੱਥੇ ਉਸਨੇ ਜਾਣਾ ਹੁੰਦਾ ਹੈ। ਨਿਤ ਉਪਕਾਰ ਕਰਨ ਅਬਿਲਾਖੇ। ਸਦਾ ਮਨ ਵਿੱਚ ਇਹੀ ਇੱਛਾ ਰਹਿੰਦੀ ਹੈ, ਬਾਲ ਗੁਦਾਈ ਤੈਨੂੰ ਰੱਬ ਨੇ ਸਭ ਕੁਝ ਦਿੱਤਾ ਹੈ, ਪਰਉਪਕਾਰ ਕਰਿਆ ਕਰ। ਸਾਧ ਸੰਗਤ ਜੀ, ਕਿਸੇ ਦੇ ਹਿਰਦੇ ਵਿੱਚੋਂ ਫੁੱਟੇ ਇਹ ਬਾਣੀ ਉਹਨੂੰ ਹਿਰਦੇ ਵਿੱਚੋਂ ਤਾਰ ਜਾਂਦੀ। ਪਰ ਇਹ ਬਾਣੀ ਨਹੀਂ ਤਾਰਿਆ, ਚਾਹੇ ਉਹ ਆਕਾਸ਼ ਤੋਂ ਪ੍ਰਗਟ ਹੋਈ, ਚਾਹੇ ਹਿਰਦੇ ਵਿੱਚੋਂ ਪ੍ਰਗਟ ਹੋਈ, ਚਾਹੇ ਗੁਰਾਂ ਦੀ ਰਸਨਾ ਤੋਂ ਪ੍ਰਗਟ ਹੋਈ, ਤਾਰਿਆ ਅਜ ਤੱਕ ਬਾਣੀ ਨਹੀਂ ਹੈ। 3 ਲੋਕ ਮੰਨੇ ਜਾਂਦੇ ਨੇ ਸਾਧ ਸੰਗਤ ਜੀ। ਜਦੋਂ ਪਹਿਲਾਂ ਸ੍ਰੇਸ਼ਟ ਸਾਜੀ ਹੈ ਕਰਤੇ ਨੇ, ਜਦ ਪਹਿਲੇ ਹਮ ਸ੍ਰੇਸ਼ਟ ਬਣਾਈ, ਦੈਂਤ ਰਚੇ ਦੁਸ਼ਟ ਦੁਖਦਾਈ। ਕਰਤਾ ਕਹਿੰਦਾ ਮੈਂ ਦੈਂਤਾਂ ਨੂੰ ਪੈਦਾ ਕੀਤਾ। ਕਲਗੀਧਰ ਪਾਤਸ਼ਾਹ ਦੀ ਲਿਖਤ ਹੈ। ਦੈਂਤ ਅਭਿਮਾਨੀ ਹੋ ਗਏ, ਪਾਪ ਕਰਮ ਲੱਗੇ, ਤਿਨ ਕੀ ਠੌਰ ਦੇਵਤਾ ਥਾਪੇ। ਦੇਵਤਿਆਂ ਨੂੰ, ਦੈਂਤਾਂ ਨੂੰ ਭਜਾ ਕੇ ਤੇ ਉਹਨਾਂ ਦੀ ਜਗ੍ਹਾ ਦੇਵਤਿਆਂ ਨੂੰ ਰਾਜ ਦੇ ਦਿੱਤਾ। ਤੇ ਦੇਵਤੇ ਜਿਹੜੇ ਸੀਗੇ ਉਹ ਵੀ ਭੁੱਲ ਗਏ, ਤਾਕਤਾਂ ਪ੍ਰਾਪਤ ਕਰਕੇ ਫਿਰ ਵਾਰੀ ਆ ਗਈ ਮਨੁੱਖਾਂ ਦੀ। ਪਰ ਸੰਗਤ ਜੀ, ਇਤਿਹਾਸ ਪੜ੍ਹੀਏ, ਤਿੰਨਾਂ ਨੂੰ ਤਾਰਨ ਵਾਲੀ ਗੁਰੂ ਕੀ ਬਾਣੀ ਉਸ ਸਮੇਂ ਆਕਾਸ਼ ਵਿੱਚੋਂ ਪ੍ਰਗਟ ਹੁੰਦੀ ਸੀ, ਗੁਰੂ ਰਸਨਾ ਤੋਂ ਪ੍ਰਗਟ ਨਹੀਂ ਹੋਈ। ਤਿੰਨਾਂ ਨੂੰ ਹੀ ਤਾਰਿਆ ਗੁਰੂ ਕੀ ਬਾਣੀ ਨੇ। ਪਹਿਲਾਂ ਦੈਂਤ ਹੋਏ ਹੈ, ਦੈਂਤਾਂ ਦਾ ਰਾਜਾ ਇੱਕ ਬਰੋਚਨ ਕਰਕੇ ਹੋਇਆ, ਇਤਿਹਾਸ ਵਿੱਚ ਆਉਂਦਾ ਹੈ। ਇਹ ਬਾਣੀ ਆਕਾਸ਼ ਵਿੱਚੋਂ ਪ੍ਰਗਟ ਹੋਈ ਸੀ,
ਗੂੰਜ ਪੈ ਗਈ, ਦਾ ਦਾ ਦਾ, ਦਸੋ ਦਿਸ਼ਾ ਦੇ ਵਿੱਚ ਦਾ ਦਾ ਦੀਆਂ ਆਵਾਜ਼ਾਂ ਗੂੰਜੀਆਂ। ਉਪਦੇਸ਼ ਹੋਇਆ, ਬਰੋਚਨ ਤੇਰਾ ਸੁਭਾਅ ਜੀਆਂ ਨੂੰ ਮਾਰਨ ਦਾ, ਮਾਰਿਆ ਨਾ ਕਰ, ਦਾ ਤੋਂ ਦਇਆ ਕਰਿਆ ਕਰ। ਬਰੋਚਨ ਨੇ ਦਇਆ ਕੀਤੀ, ਸਫਲਾ ਹੋਇਆ। ਗੁਰੂ ਕੀ ਬਾਣੀ ਜਿੰਨਾ ਮੰਨੀ ਪ੍ਰਗਟ ਹੋਈ। ਉਪਰੰਤ ਤਿਨ ਕੀ ਠੌਰ ਦੇਵਤਾ ਥਾਪੇ, ਦੇਵਤਿਆਂ ਦੀ ਵਾਰੀ ਆ ਗਈ। ਇੰਦਰ ਕਿਹੋ ਜਿਹਾ ਸੀ, ਦੇਵਤਿਆਂ ਦਾ ਰਾਜਾ, ਆਪ ਭਲੀ ਭਾਂਤੀ ਜਾਣਦੇ ਹੀ ਹੋ। ਗੁਰਬਾਣੀ ਵਿੱਚ ਵੀ ਉਸ ਇੰਦਰ ਦਾ ਜ਼ਿਕਰ ਆਉਂਦਾ ਹੈ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ, ਇੰਦਰ ਲਭਾਇਆ ਕਿ ਉਹਦੀ ਹਾਲਤ ਹੋਈ, ਸਾਰਾ ਸਰੀਰ ਹੀ ਗੰਦਗੀ ਨਾਲ ਭਰ ਗਿਆ। ਉਹਨੂੰ ਵੀ ਤਾਰਿਆ ਇਸ ਗੁਰੂ ਕੀ ਬਾਣੀ ਨੇ, ਜੋ ਆਕਾਸ਼ ਦੁਆਰਾ ਪ੍ਰਗਟ ਹੋਈ। ਉਹਨੂੰ ਵੀ ਕਿਹਾ ਸੀ ਦਾ ਦਾ ਦਾ। ਸਮਤ ਦਿੱਤੀ ਗੁਰਬਾਣੀ ਨੇ, ਓਏ ਮੂਰਖਾ, ਤੇਰੇ ਘਰੇ ਸਚੀ ਵਰਗੀਆਂ, ਪ੍ਰਤਾਪੀ ਵਰਗੀਆਂ, ਜਿਨ੍ਹਾਂ ਰਾਣੀਆਂ ਨੂੰ ਦੇਖ ਕੇ ਅਪਛਰਾਵਾਂ ਵੀ ਨੀਵਾਂ ਪਾ ਜਾਂਦੀਆਂ, ਮੂੰਹ ਨੀਵਾਂ ਕਰ ਲੈਂਦੀਆਂ ਆਪਣੀਆਂ ਘਰਵਾਲੀਆਂ ਨੂੰ ਤਿਆਗ ਕੇ, ਤੇ ਤੂੰ ਗੌਤਮ ਰਿਸ਼ੀ ਵਰਗਿਆਂ ਦੇ ਘਰੇ ਜਾ ਕੇ ਕਲੰਕੀ ਹੋਇਆ। ਦਾ ਤੋਂ ਦਮਨ ਕਰ ਇੰਦਰੀਆਂ ਦਾ। ਉਹ ਆਪਣੀ ਭੁੱਲ ਜਿਹੜੀ ਸੀਗੀ ਉਸ ਨੂੰ ਉਹਨੇ ਮੰਨਿਆ, ਆਪਣੀਆਂ ਇੰਦਰੀਆਂ ਦਾ ਦਮਨ ਕੀਤਾ ਤੇ ਸਫਲ ਹੋਇਆ ਹੈ ਸਾਧ ਸੰਗਤ ਜੀ, ਇੰਦਰ ਦੇਵਤਿਆਂ ਦਾ ਰਾਜਾ। ਉਪਰੰਤ ਜਦੋਂ ਫਿਰ ਇਹ ਮਨੁੱਖਾਂ ਦਾ ਰਾਜ ਸ਼ੁਰੂ ਹੋਇਆ ਤੇ ਮਾਨ ਧਾਤਾ ਰਾਜਾ ਜਿਹੜਾ ਹੈ ਉਹ ਹੋਇਆ ਦੇਵ ਇਹਨਾਂ ਮਨੁੱਖਾਂ ਦਾ। ਉਹਨੂੰ ਵੀ ਇਸੇ ਬਾਣੀ ਨੇ ਭਾਗ ਲਾਇਆ ਸੀਗਾ, ਫਲ ਲਾਇਆ ਸੀਗਾ। ਦਾ 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 ਦੀ ਆਵਾਜ਼ ਹੋਈ ਤੇ ਹੁਕਮ ਹੋਇਆ, ਐ ਮਾਨ ਧਾਤਾ, ਤੇਰੇ ਪਾਸ ਧਨ ਦੌਲਤ ਬਹੁਤ ਹੈ। ਗ੍ਰਸਤੀ ਜੀਵਨ ਉਹਦਾ ਸਫਲ ਹੈ ਜਿਹੜਾ ਦਾ ਤੋਂ ਦਾਨ ਕਰਦਾ ਹੈ। ਗ੍ਰਹੀ ਕਾ ਸਤ ਦਾਨ, ਸੱਚਾ ਦਾਨ ਗ੍ਰਸਤੀ ਦਾ ਹੈ। ਜੇ ਪ੍ਰਸ਼ਾਦੇ 4 ਛਕਦਾ ਹੈ ਨਾ, ਤੇ ਉਹਦੇ ਵਿੱਚੋਂ ਅੱਧੇ ਪ੍ਰਸ਼ਾਦੇ ਜਿੰਨਾ ਕੱਢ ਕੇ ਕਿਸੇ ਨੂੰ ਦਾਨ ਕਰ ਦੇਵੇ। ਜੇ ਉਹਦੇ ਕੋਲ ਹੈ ਹੀ ਇੰਨਾ, ਵਾਧੂ ਹੈ ਦਾਨ ਕਰਨ ਨੂੰ, ਤੇ ਕਰੇ ਰੱਜ ਕੇ ਪ੍ਰਸ਼ਾਦਾ ਛਕੇ, ਉਹ ਅਲੱਗ ਹੈ, ਪਰ ਦਾਨ ਜ਼ਰੂਰ ਕਰੇ, ਥੋੜ੍ਹੇ 'ਚੋਂ ਥੋੜ੍ਹਾ, ਬਹੁਤੇ 'ਚੋਂ ਬਹੁਤਾ। ਇਹ ਗ੍ਰਸਤੀ ਦਾ ਧਰਮ ਹੈ, ਮਨੁੱਖਤਾ ਦਾ। ਸੋ ਸੰਗਤ ਜੀ, ਗੁਰੂ ਕੀ ਬਾਣੀ ਕਿਰਪਾ ਕਰਦੀ, ਕਈਆਂ ਦੇ ਹਿਰਦੇ ਵਿੱਚੋਂ ਪ੍ਰਗਟ ਹੁੰਦੀ ਹੈ, ਕਈਆਂ ਦੇ ਆਕਾਸ਼ ਦੁਆਰਾ ਪ੍ਰਗਟ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਸੰਸਾਰ 'ਤੇ ਚੱਕਰ ਲਾ ਕੇ ਰਟਣ ਕਰਕੇ ਆਪਣੇ ਮੁਖਾਰ ਬਿੰਦ ਤੋਂ ਇਹ ਬਾਣੀ ਬਖਸ਼ਿਸ਼ ਕੀਤੀ। ਬਾਲ ਗੁਦਾਈ ਨੂੰ ਇਹ ਕਿਰਪਾ ਹੋਈ, ਗਰੀਬਾਂ ਦੇ ਉੱਤੇ ਦਇਆ ਕਰਿਆ ਕਰ, ਤੇ ਦਇਆ ਕਰਦਾ ਹੈ। ਜੇ ਰਾਹੀ ਕੋਈ ਥੱਕ ਜਾਂਦਾ ਹੈ, ਘੋੜਾ ਤਿਆਰ ਕਰਕੇ ਨਾਲ ਭੇਜ ਦਿੰਦਾ, ਜਾਓ ਭਾਈ ਮੰਜ਼ਿਲ 'ਤੇ ਪਹੁੰਚਾ ਕੇ ਆਓ। ਕੋਈ ਭੁੱਖਾ ਆਉਂਦਾ ਹੈ, ਉਹਨੂੰ ਲੰਗਰ ਪਕਾ ਕੇ ਛਕਾਉਂਦਾ ਹੈ ਸੋਹਣਾ ਸੁੰਦਰ। ਜੇ ਕੋਈ ਨੰਗਾ ਆਉਂਦਾ, ਲੋੜਵੰਦ, ਸਰੀਰ 'ਤੇ ਕੱਪੜਾ ਨਹੀਂ ਹੈ, ਉਹਨੂੰ ਬਸਤਰ ਸਲਾ ਕੇ ਦਿੰਦਾ ਹੈ। ਬਾਲ ਗਦਾਈ ਦਾ ਇਹੋ ਜਿਹਾ ਸੁਭਾਅ ਹੈ ਸਾਧੂ ਦਾ, ਜੋਗੀ ਦਾ। ਜਿਉ ਆਵਨੇ ਪਰ ਸਫਲਿਓ ਸਾਖੇ। ਇਹ ਸਾਧ ਸੰਗਤ ਜੀ, ਧਰਤੀ ਦੇ ਉੱਤੇ ਇੱਕ ਧਰਮ ਦੀ ਸ਼ਾਖ ਹੈ, ਧਰਮ ਦੀ। ਰਹਿਣਾ ਤਾਂ ਕਿਸੇ ਨਹੀਂ, ਜੋ ਉਪਜਿਓ ਸੋ ਬਿਨ ਸਹਿ ਪਰਵਾਜ ਕੇ ਕਾਲ। ਅੱਜ ਕੱਲ੍ਹ ਕਰਦਿਆਂ ਸਭ ਨੇ ਫਤਿਹ ਹੋ ਜਾਣਾ ਹੈ, ਪਰ ਇੱਕ ਬੀਜ ਬੀਜ ਜਾਣਾ ਧਰਤੀ ਦੇ ਉੱਤੇ, ਬੀਜ ਧਰਮ ਦਾ, ਜਿਸ ਬੀਜ ਦੀ ਛਾਵੇਂ ਸਦੀਆਂ ਤੱਕ ਲੋਕ ਜਿਹੜੇ ਨੇ ਉਹ ਆਨੰਦ ਮਾਣਨ। ਉਹਦੀਆਂ ਉਦਾਹਰਨਾਂ ਦਿਆ ਕਰਨ, ਗੁਰਮੁਖ ਜਨਾਂ ਦੀਆਂ ਉਦਾਹਰਨਾਂ ਦਿੰਦੇ ਹਨ। ਧਰੂ ਭਗਤ ਜੀ ਕਿੱਡੇ ਸੀ, 5 ਸਾਲ ਦੇ ਬਾਲਕ। ਗੁਰੂ ਅਮਰਦਾਸ ਜੀ ਕਿੰਨੇ ਸੀ, 80 ਸਾਲਾਂ ਦੇ ਬਜ਼ੁਰਗ। ਇੱਥੇ ਨਾ ਤਾਂ ਕੋਈ ਬਜ਼ੁਰਗ ਦੀ ਗੱਲ ਹੈ, ਨਾ ਕੋਈ ਬੱਚੇ ਦੀ ਗੱਲ ਹੈ। ਗੱਲ ਹੈ ਜਦੋਂ ਲਗਨ ਲੱਗ ਜੇ, ਗੁਰੂ ਕਿਰਪਾ ਕਰਨ ਲਗਨ ਲੱਗ ਜਾਵੇ। ਸੋ ਇਹ ਸਾਖ ਰਹਿ ਜਾਂਦੀ ਹੈ ਦੁਨੀਆ ਦੇ ਉੱਤੇ, ਇੱਕ ਮਿਸਾਲ ਰਹਿ ਜਾਂਦੀ ਹੈ ਧਰਮ ਕਰਮ ਕਰਨ ਵਾਲਿਆਂ ਦੀ। ਤੇ ਡੇਰੇ ਕੇ ਜਾਏ ਸਮੀਪਾ। ਧੰਨ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ, ਚਲਦੇ ਚਲਦੇ ਬਾਲ ਗੁਦਾਈ ਜੋਗੀ ਦੇ ਡੇਰੇ ਦੇ ਪਾਸ ਪਹੁੰਚ ਕੇ ਸਤਿਗੁਰੂ ਬੈਠ ਰਹੇ ਬੇਦੇ ਕੋਲ ਦੀਪਾ। ਅਤੇ ਜਾ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਸਣ ਲਾ ਦਿੱਤਾ। ਬਾਲ ਗੁੰਦਾਏ ਜਾਵ ਸੁਧ ਹੋਏ। ਇਧਰ ਬਾਲ ਗੁਦਾਈ ਨੂੰ ਪਤਾ ਚੱਲਿਆ ਵਹਿਰ ਅਤੇਤ ਬੈਠ ਰਹ ਦੋਏ। ਕਿ 2 ਫਕੀਰ ਜਿਹੜੇ ਨੇ ਮੇਰੇ ਡੇਰੇ ਤੋਂ ਕੁਛ ਦੂਰੀ ਤੇ ਵਿੱਥ ਤੇ ਬੈਠੇ ਹੋਏ ਹਨ। ਨਹੀਂ ਅਗਾਰੇ ਆਵਤ ਸੋ। ਪਰ ਅੱਗੇ ਮੇਰੇ ਡੇਰੇ ਨਹੀਂ ਆ ਰਹੇ, ਇਹ ਪਤਾ ਚੱਲਿਆ ਬਾਲ ਗੁਦਾਈ ਜੀ ਨੂੰ। ਜੋਗੇ ਤਬ ਹੈ ਬੁਲਾਏ ਦੋ। ਤੇ ਇਸ ਬਾਲ ਗੁਦਾਈ ਨੇ ਕੀ ਕੀਤਾ, ਆਪਣੇ 2 ਸੇਵਕਾਂ ਨੂੰ, ਜੋਗੀਆਂ ਨੂੰ ਆਪਣੇ ਪਾਸ ਬੁਲਾਇਆ। ਕਹਿਓ ਤਿਨ ਹੈ ਕੋ ਅਨ ਹੋ ਜਾਏ। ਤੇ ਜੋਗੀਆਂ ਨੂੰ ਕਹਿਣ ਲੱਗੇ ਬਾਲ ਗੁਦਾਈ ਜੀ, ਭਾਈ ਆਪਣੇ ਡੇਰੇ ਤੋਂ ਨਾ ਥੋੜ੍ਹੀ ਦੂਰੀ ਤੇ
ਦੋ ਫਕੀਰ ਬੈਠੇ ਹੋਏ ਐ, ਜਾਓ ਜਾ ਕੇ ਉਹਨਾਂ ਨੂੰ ਲੈ ਕੇ ਆਓ ਸਤਿਕਾਰ ਦੇ ਨਾਲ। ਪਹੁੰਚੇ ਸੋ ਸ਼ਿਰ ਗੌਰ ਜਿਹ ਥਾਈ। ਇਹ ਦੋਵੇਂ ਜੋਗੀ ਬਾਲ ਗੁਦਾਈ ਜੀ ਦੇ ਭੇਜੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਪਹੁੰਚ ਗਏ। ਦੋਹਰਾ ਚਲੋ ਅਤੇ ਤੋ ਉਠ ਆਬੈ ਬਾਲ ਗੁੰਦਾਏ ਥਾਨ। ਅਤੇ ਦੋਵਾਂ ਜੋਗੀਆਂ ਨੇ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ, ਹੇ ਫਕੀਰ ਜੀ ਚੱਲੋ, ਮਹਾਰਾਜ ਕਿਰਪਾ ਕਰੋ ਬਾਲ ਗੁਜਾਈ ਦੀ ਜੇ ਡੇਰੇ। ਬੈਠਨ ਕੋ ਮੰਦਰ ਭਲੇ ਸੁਖ ਸੋ ਹਵੈ ਗੁਜਰਾਨ। ਤੁਸੀਂ ਇੱਥੇ ਕਾਹਨੂੰ ਬੈਠੇ ਹੋ? ਬਾਲ ਗੁਦਾਈ ਦੇ ਡੇਰੇ ਮਹਾਰਾਜ ਬੜੇ ਬੜੇ ਸੋਹਣੇ ਮਹਿਲ ਮਕਾਨ ਬਣੇ ਹੋਏ ਹੈ, ਹਰ ਪ੍ਰਕਾਰ ਦੀ ਸੁਖ ਸੁਵਿਧਾ ਹੈ, ਚੱਲੋ ਬਾਲ ਗੁਦਾਈ ਜੀ ਦੇ ਡੇਰੇ। ਇਹ ਬੇਨਤੀ ਕੀਤੀ ਦੋਵਾਂ ਨਾਥਾਂ ਨੇ, ਜੋਗੀਆਂ ਨੇ ਜਾ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ। ਛਾਉ ਪਏ ਸ਼੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵਹਿ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਈ ਅਸਾਂ ਤੇ ਨਹੀਂ ਜਾਣਾ ਬਾਲ ਗੁਦਾਈ ਦੇ ਡੇਰੇ। ਜਹ ਬੈਠਾ ਹੈ ਤਹ ਰਨ ਬਿਤਾਵਹਿ। ਅਸੀਂ ਜਿੱਥੇ ਬੈਠੇ ਆ ਨਾ, ਇਹ ਜਗ੍ਹਾ ਬੜੀ ਸੋਹਣੀ, ਇੱਥੇ ਰਾਤ ਬਤੀਤ ਕਰਾਂਗੇ। ਚਾਹੀਏ ਨਿਤ ਅਤੀਤ ਕੋ ਐਸੇ। ਕਿਉਂਕਿ ਅਸੀਂ ਆ ਫਕੀਰ ਚੱਲਦੇ ਫਿਰਦੇ, ਤੇ ਚੱਲਦੇ ਫਿਰਦੇ ਫਕੀਰ ਜਿਹੜੇ ਹੁੰਦੇ ਆ, ਮਹਿਲ ਮਾੜੀਆਂ ਉਟਾਰੀਆਂ ਦਾ ਆਸਰਾ ਨਹੀਂ ਤੱਕਦੇ। ਜਿੱਥੇ ਉਹਨਾਂ ਨੂੰ ਜਗ੍ਹਾ ਮਿਲੇ ਉੱਥੇ ਹੀ ਉਹ ਰਾਤ ਬਸੇਰਾ ਕਰ ਲੈਂਦੇ ਹਨ। ਆਏ ਜੋ ਬਨ ਹੈ ਬਿਤਾਵਹਿ ਤੈਸੇ। ਜਿਹੋ ਜਿਹਾ ਸਮਾਂ ਮਿਲ ਜਾਵੇ, ਬਣ ਜਾਵੇ, ਉਹੋ ਜੀ ਰਾਤ ਬਤੀਤ ਕਰਦੇ ਆ। ਬਾਲ ਗੁੰਦਾਏ ਢੇਗ ਪੁਨ ਜਾਏ। ਇਹ ਬਾਲ ਗੁਦਾਈ ਦੇ ਪਾਸ ਇਹ ਫਕੀਰ ਗਏ ਜੋਗੀ। ਜਾਏ ਬਤਾਇਓ ਨਹ ਸੋ ਆਏ। ਜਾ ਕੇ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਭੇਜੇ ਹੋਏ ਗਏ ਸੀ ਦੋ ਫਕੀਰਾਂ ਨੂੰ ਲਿਆਉਣ ਵਾਸਤੇ, ਪਰ ਉਹ ਤਾਂ ਨਹੀਂ ਆਉਂਦੇ, ਡੇਰੇ ਆਉਣਾ ਨਹੀਂ ਮੰਨਦੇ ਹਨ। ਇਉ ਸੁਨ ਆਪ ਤਹਾਂ ਚਲ ਆਇਓ। ਤੇ ਬਾਲ ਗਦਾਈ ਨੇ ਆਪਣੇ ਜੋਗੀਆਂ ਦਾ ਇਹ ਸੁਣਿਆ ਉੱਤਰ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਲੈਣ ਵਾਸਤੇ ਆਪ ਚੱਲ ਪਿਆ। ਜਿਹ ਥਲ ਬੈਠਿਓ ਪ੍ਰਭੂ ਸੁਹਾਇਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਪਹੁੰਚ ਗਿਆ ਬਾਲ ਗਦਾਈ। ਆਦਰ ਯੋਤ ਮੁਖ ਬਚਨ ਉਚਾਰੇ। ਬੜੇ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਚਲਹੁ ਅਤੀਤਹੁ ਸੰਗ ਹਮਾਰੇ। ਇਹ ਫਕੀਰ ਜੀ ਮਹਾਰਾਜ ਇੱਥੇ ਕਾਹਨੂੰ ਬੈਠੇ ਹੋ? ਚਲੋ ਮੇਰੇ ਨਾਲ, ਮੇਰੇ ਡੇਰੇ। ਆਵਤ ਮੇਘ ਘਟਾ ਬਰਖਾ ਵਹਿ। ਮਹਾਰਾਜ ਬੱਦਲ ਆ ਰਿਹਾ ਬੜਾ ਭਾਰੀ ਚੜ ਕੇ, ਹੁਣੇ ਮੀਂਹ ਪੈ ਜਾਵੇਗਾ। ਮੰਦਰ ਮਹਿ ਸੁਖ ਨਿਸਾ ਬਿਤਾਵਹਿ। ਇਸ ਵਾਸਤੇ ਮਹਾਰਾਜ ਮੀਂਹ ਵਿੱਚ ਕਾਹਨੂੰ ਭਿੱਜਣਾ ਹੈਗਾ, ਤੁਸੀਂ ਮੇਰੇ ਨਾਲ ਚੱਲੋ। ਤੇ ਉੱਥੇ ਸੋਹਣੇ ਮੰਦਰ ਕਮਰੇ ਬਣੇ ਹੋਏ ਆ ਬੂੰਗੇ, ਉਹਨਾਂ ਦੇ ਵਿੱਚ ਸੁਖ ਵਿਸਰਾਮ ਕਰੋ ਜੀ। ਦੋਹਰਾ ਸ਼੍ਰੀ ਗੁਰ ਕਹੈ ਅਤੀਤ ਹਮ ਜੈਸੇ ਬਨ ਹੈ ਆਏ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਕੀਰ ਜੀ ਅਸੀਂ ਵੀ ਫਕੀਰ ਹਾਂ, ਤੁਸੀਂ ਵੀ ਫਕੀਰ ਹੋ, ਤੇ ਸਾਨੂੰ ਤੇ ਇਹ ਹੈ ਵੀ ਜਿਹੇ ਜਿਹਾ ਸਮਾਂ ਆ ਜਾਵੇ, ਬਣ ਜਾਵੇ। ਦੁਖ ਸੁਖ ਸਮ ਔਰ ਜਾਨ ਕੈ ਸਮਾ ਦੇਤ ਗੁਜਰਾਏ। ਤੇ ਅਸੀਂ ਉਹਦੇ ਸਮੇਂ ਦੇ ਮੁਤਾਬਕ ਅਸੀਂ ਨਹੀਂ ਕਦੀ ਵੇਖਿਆ ਵੀ ਇੱਥੇ ਰਹਿਣ ਨਾਲ ਦੁਖੀ ਹੋਵਾਂਗੇ, ਮੰਦਰਾਂ ਵਿੱਚ ਜਾ ਕੇ ਸੁਖੀ ਹੋਵਾਂਗੇ। ਅਸੀਂ ਇਹੋ ਜਿਹੀ ਕਦੀ ਵਿਚਾਰ ਨਹੀਂ ਕੀਤੀ। ਜਿਹੇ ਜੀ ਜਗ੍ਹਾ ਸਾਨੂੰ ਮਿਲੇ ਅਸੀਂ ਤਾਂ ਉੱਥੇ ਹੀ ਭਾਈ ਸਮਾਂ ਬਤੀਤ ਕਰ ਲੈਂਦੇ ਹਾਂ। ਚਾਉ ਪਏ ਕਹਿ ਕਹਿ ਮੰਦਰ ਖੋਜਤ ਫਿਰਹਿ। ਮਹਾਰਾਜ ਕਹਿੰਦੇ ਅਸੀਂ ਤਾਂ ਤੁਰੇ ਹੀ ਫਿਰਦੇ ਹਾਂ ਦੁਨੀਆ ਤੇ। ਫਕੀਰ ਜੀ ਕਿੱਥੇ ਕਿੱਥੇ ਮਹਿਲ ਮਾੜੀਆਂ ਟਾਰੀਆਂ ਅਸੀਂ ਲੱਭਦੇ ਫਿਰਾਂਗੇ ਵੀ ਕੋਈ ਮਕਾਨ ਮਿਲੇ ਤੇ ਰਾਤ ਵਿੱਚ ਕੱਟੀਏ ਉਹਨਾਂ ਦੇ। ਦੇਸ਼ ਵਿਦੇਸ਼ ਗਮਨ ਹਮ ਕਰਹਿ। ਸਾਡਾ ਤਾਂ ਐ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਟਣ ਹੁੰਦਾ ਹੀ ਰਹਿੰਦਾ ਹੈ, ਅਸੀਂ ਬੇਹੰਗਮ ਹਾਂ। ਜਹ ਬੈਸਹਿ ਤਹ ਦੇਤ ਬਿਤਾਏ। ਅਸੀਂ ਜਿੱਥੇ ਬਹਿਨੇ ਆ ਉੱਥੇ ਸਮਾਂ ਬਤੀਤ ਆਪਦਾ ਕਰ ਲੈਂਦੇ ਆ। ਹਮਰੋ ਮਤਾ ਸਦਾ ਇਹ ਭਾਏ। ਮਹਾਰਾਜ ਕਹਿਣ ਲੱਗੇ, ਫਕੀਰ ਜੀ ਜੋਗੀ ਜੀ ਸਾਡਾ ਮਤ ਤਾਂ ਇਹ ਹੈ, ਅਸੀਂ ਉਚੇਚੇ ਮੰਦਰਾਂ ਮਹਿਲਾਂ ਮਾੜੀਆਂ ਟਾਰੀਆਂ ਦਾ ਧਿਆਨ ਨਹੀਂ ਕਰਦੇ। ਬਾਲ ਗੁੰਦਾਏ ਬਚਨ ਅਲਾਇਆ। ਉਪਰੰਤ ਬਾਲ ਗੁਦਾਈ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਪੁਰਖ ਅਲੇਖ ਕਰਹਿ ਜੋ ਦਾਇਆ। ਸੋ ਮਹਾਰਾਜ ਜਿਹੜਾ ਅਕਾਲ ਪੁਰਖ ਅਲੇਖ ਹੈ ਉਹ ਇਹੋ ਜਿਹੇ ਦਾਅਵੇ ਨਹੀਂ ਕਰਦਾ ਵੀ ਮੈਂ ਆਹ ਨਹੀਂ ਲੈਣਾ, ਉੱਥੇ ਨਹੀਂ ਵਿਸਰਾਮ ਨਹੀਂ ਕਰਨਾ, ਆਹ ਸੁੱਖ ਸਹੂਲਤ ਨਹੀਂ ਮਿਲ। ਉਹ ਨਿਰਲੇਪ ਰਹਿੰਦਾ ਹੈ। ਦੇਵਹਿ ਜਬ ਸਮਾਜ ਸੁਖ ਦਾਏ। ਪਰ ਜਦੋਂ ਮਹਾਰਾਜ ਸੁਖ ਪ੍ਰਾਪਤ ਹੋਣ, ਮਨੁੱਖ ਨੂੰ ਕਰਤਾ ਪੁਰਖ ਉਸ ਨੂੰ ਸੁਖ ਦੇਵੇ, ਨਹਿ ਨਿਰਾਦਰ ਤਿਨ ਬਨ ਆਏ। ਤਾਂ ਫਿਰ ਰੱਬ ਦੇ ਦਿੱਤੇ ਹੋਏ ਸੁੱਖਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਨਾ ਮਿਲਣ ਨਾ ਮਿਲਣ,
ਪਰ ਜਦ ਮਿਲਦੇ ਤੇ ਫਿਰ ਬੇਪਤੀ ਨਹੀਂ ਕਰਨੀ ਚਾਹੀਦੀ। ਜੋ ਰੱਬ ਸੁੱਖ ਦੇ ਰਿਹਾ ਹੈ ਉਹ ਭੋਗਣੇ ਚਾਹੀਦੇ ਹਨ। ਸਰਬ ਨਿਰੰਜਨ ਕੇਰ ਪਦਾਰਥ। ਇਹ ਕਿਉਂਕਿ ਜੋ ਵੀ ਵਸਤੂਆਂ ਖਾਣ ਪੀਣ ਪਹਿਨਣ ਆਦਿਕ ਦੀਆਂ, ਰਹਿਣ ਮਹਿਲ ਮਾੜੀਆਂ ਟਾਰੀਆਂ, ਇਹ ਸਭ ਨਿਰੰਜਨ। ਕਿਉਂਕਿ ਸਾਧ ਸੰਗਤ ਜੀ ਜੋਗੀ ਜਿਹੜੇ ਹਨ ਨਾ, ਉਹ ਨਿਰੰਜਨ ਕਰਕੇ ਰੱਬ ਦਾ ਨਾਮ ਜਪਦੇ, ਤੇ ਤਤ ਜੋਤ ਨਿਰੰਜਨ, ਤੇ ਅੰਗੂਠੇ ਜਿੱਡਾ ਪਰਮੇਸ਼ਵਰ ਨੂੰ ਸਮਝਦੇ ਆ। ਤੇ ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ, ਆਕਾਰ ਉਹਦਾ ਅੰਗੂਠੇ ਜਿੱਡਾ ਮੰਨਦੇ ਆ ਜੋਗੀ, ਤੇ ਨਾਮ ਉਹਦਾ ਨਿਰੰਜਨ ਮੰਨਦੇ। ਕਹਿੰਦੇ ਸਾਰੇ ਸੁੱਖ ਨਿਰੰਜਨ ਨੇ ਦਿੱਤੇ ਤੇ ਭੋਗਣੇ ਚਾਹੀਦੇ ਹਨ। ਭਲੇ ਬਾਤ ਕਰਨਾ ਪਰ ਸਵਾਰਥ। ਸੋ ਮਹਾਰਾਜ ਕੋਈ ਪਰ ਸਵਾਰਥ ਵਾਸਤੇ ਕੋਈ ਵੀ ਕਾਰਜ ਕਰਨਾ ਇਹ ਚੰਗਾ ਹੈ। ਇਸ ਪ੍ਰਕਾਰ ਕਹੇ ਬਾਲ ਗੁੰਦਾਏ। ਇਸ ਤਰ੍ਹਾਂ ਬੇਨਤੀ ਕੀਤੀ ਬਾਲ ਗੁਦਾਈ ਨੇ ਸਤਿਗੁਰੂ ਜੀ ਨੂੰ। ਲੇਕਰ ਸੰਗ ਚਲਿਓ ਸੁਖਦਾਏ। ਗੁਰਾਂ ਨੇ ਦੇਖਿਆ ਵੀ ਇਹਦੀ ਪ੍ਰੀਤੀ ਚੰਗੀ ਹੈ, ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਉਹਦੇ ਨਾਲ ਚੱਲ ਪਏ। ਗੁਰੂ ਪਿਆਰ ਦੇ ਭੁੱਖੇ ਹੈ ਸਾਧ ਸੰਗਤ ਜੀ, ਕੋਈ ਰੋਟੀਆਂ ਦੀ ਭੁੱਖ ਨਹੀਂ, ਕੋਈ ਮਹਿਲਾਂ ਮਾੜੀਆਂ ਟਾਰੀਆਂ ਦੀ ਭੁੱਖ ਨਹੀਂ। ਭੈਣ ਜੀ ਨਾਲ ਵਾਅਦਾ ਕੀਤਾ ਸੀ, ਜਦ ਭੈਣੇ ਯਾਦ ਕਰੇਂਗੀ ਤਦ ਆਵਾਂਗੇ। ਮੱਕੇ ਬੈਠੇ ਗੁਰੂ, ਪ੍ਰਸ਼ਾਦਾ ਬੜਾ ਸੋਹਣਾ ਫੁੱਲਿਆ, ਮਨ ਵਿੱਚ ਆਇਆ ਮੇਰੇ ਵੀਰ ਹੁੰਦੇ ਤੇ ਪ੍ਰਸ਼ਾਦਾ ਤੇ ਛਕਦੇ। ਇੱਕ ਸਕਿੰਟ ਵੀ ਨਹੀਂ ਲਾਇਆ, ਅੱਖਾਂ ਮੁੰਦੀਆਂ ਕਿੱਥੇ ਮੱਕਾ ਦੁਨੀਆ ਦੇ ਦੂਜੇ ਕੋਨੋਂ ਮਹਾਰਾਜ ਭੈਣ ਕੋਲ ਆ ਗਏ। ਇਹ ਹੈ ਪਿਆਰ ਦੀ ਖੇਡ। ਬਾਲ ਗੁਦਾਈ ਦਾ ਪਿਆਰ ਦੇਖਿਆ। ਜੰਗਲ ਵਿੱਚੋਂ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਲ ਗੁਦਾਈ ਦੇ ਅਸਥਾਨ 'ਤੇ ਪਹੁੰਚ ਗਏ ਹੈ। ਪਹੁੰਚ ਕੇ ਕੀ ਕੌਤਕ ਕਰਦੇ ਸਤਿਗੁਰੂ ਗਰੀਬ ਨਵਾਜ ਅਗਲੇ ਇਤਿਹਾਸ ਦੇ ਵਿੱਚ ਪ੍ਰਸੰਗ ਦੇ ਵਿੱਚ ਆਵੇਗਾ। ਗਰੀਬ ਨਵਾਜ ਕਿਰਪਾ ਕਰਨ, ਦਇਆ ਕਰਨ। ਜਦ ਸਾਡਾ ਹਿਰਦਾ ਸਿੱਧਾ ਲੰਮਲੇਟ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਢਹਿ ਪਿਆ, ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਤਰਨ ਨਾ ਦੇਵੇ, ਕੋਈ ਡੋਬ ਹੀ ਨਹੀਂ ਸਕਦੀ ਸਾਨੂੰ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਤਰਨ ਤਾਰਨ ਹੈ, ਡੁੱਬਦਿਆਂ ਨੂੰ ਤਾਰਨ ਵਾਲੇ ਹਨ ਸੱਚੇ ਪਾਤਸ਼ਾਹ ਮਹਾਰਾਜ। ਕਿਰਪਾ ਕਰਨ ਐਸੇ ਗੁਰਾਂ ਦਾ ਸਰੂਪ, ਐਸੇ ਗੁਰਾਂ ਦਾ ਨਾਮ, ਗੁਰਾਂ ਦੀ ਬਾਣੀ ਸਾਡੇ ਹਿਰਦੇ ਵਿੱਚ ਵਸੇ, ਸਾਡਾ ਭਲਾ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੋਤ